ਅੱਜ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ਼ਨ ਕਰਾਂਗੇ ਸੈਕਸ਼ਨ 114 ਆਫ ਇੰਡੀਅਨ ਐਵੀਡੈਂਸ ਐਕਟ 1872 ਦੇ ਬਾਰੇ। ਇਸ ਤੋਂ ਪਹਿਲਾਂ ਕਿ ਮੈਂ ਸੈਕਸ਼ਨ 114 ਦੇ ਬਾਰੇ ਡਿਸਕਸ਼ਨ ਕਰਾਂ, ਇਹ ਡਿਸਕਸ ਕਰਨਾ ਸਾਡੇ ਲਈ ਬੜਾ ਇੰਪੋਰਟੈਂਟ ਆ ਕਿ ਵਾਟ ਇਜ਼ ਦ ਮੀਨਿੰਗ ਆਫ ਪ੍ਰਜ਼ੰਪਸ਼ਨ। ਪ੍ਰਜ਼ੰਪਸ਼ਨ ਨੂੰ ਅਗਰ ਆਪਾਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰੀਏ ਤਾਂ ਪ੍ਰਜ਼ੰਪਸ਼ਨ ਦਾ ਮਤਲਬ ਹੋ ਜਾਂਦਾ ਹੈ ਆਪਣੀ ਕਾਮਨ ਸੈਂਸ ਦੇ ਅਕੋਰਡਿੰਗਲੀ ਕਿਸੇ ਫੈਕਟ ਦੇ ਬਾਰੇ ਅੰਦਾਜ਼ਾ ਲਗਾ ਲੈਣਾ। When we suppose the existence of any fact according to our common sense, ਜਦੋਂ ਅਸੀਂ ਆਪਣੀ ਕਾਮਨ ਸੈਂਸ ਦੇ ਅਕੋਰਡਿੰਗਲੀ ਕਿਸੇ ਫੈਕਟ ਦੀ ਐਗਜ਼ਿਸਟੈਂਸ ਨੂੰ ਸਪੋਜ਼ ਕਰ ਲੈਂਦੇ ਆ, ਅੰਦਾਜ਼ਾ ਲਗਾ ਲੈਂਦੇ ਆ, then this is called presumption of fact। ਇਸ ਨੂੰ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਦੀ ਹੈਲਪ ਲੈਂਦੇ ਆ। ਇਸ ਐਗਜ਼ਾਮਪਲ ਦੇ ਵਿੱਚ ਮੰਨ ਲਓ ਅਗਰ ਇਹ ਪੋਸਟ ਆਫਿਸ ਜਾਂਦਾ ਹੈ, ਇੱਕ ਲੈਟਰ ਬੀ ਦੇ ਲਈ ਪੋਸਟ ਵੀ ਕਰਦਾ ਹੈ ਬੀ ਦੇ ਐਡਰੈਸ ਦੇ ਉੱਤੇ, ਤੇ ਆਪਣੀ ਨੈਚੁਰਲ ਪ੍ਰਜ਼ੰਪਸ਼ਨ ਕੀ ਹੋਏਗੀ ਕਿ ਜਿੰਨੀ ਦੇਰ ਤੱਕ ਕੋਈ ਅਨਨੈਚੁਰਲ ਇਵੈਂਟ ਨਹੀਂ ਹੁੰਦਾ, ਜੇ ਮੰਨ ਲਓ ਫੋਰ ਐਗਜ਼ਾਮਪਲ ਕੋਈ ਅਨਨੈਚੁਰਲ ਇਵੈਂਟ ਨਹੀਂ ਹੁੰਦਾ, ਇਹ ਲੈਟਰ ਬੀ ਦੇ ਐਡਰੈਸ ਦੇ ਉੱਤੇ ਨਾਰਮਲ ਕੋਰਸ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਵਾ। ਹੁਣ ਅਸੀਂ ਪ੍ਰਜ਼ੰਪਸ਼ਨ ਦਾ ਇਸਤੇਮਾਲ ਕਦੋਂ ਕਰਦੇ ਹਾਂ, ਇਹ ਗੱਲ ਬੜੀ ਇੰਪੋਰਟੈਂਟ ਹੈ। ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਪਾਰਟਿਕੂਲਰ ਕੇਸ ਦੇ ਵਿੱਚ ਕੀ ਇੱਕ ਫੈਕਟ ਮੌਜੂਦ ਸੀ ਜਾਂ ਨਹੀਂ ਸੀ ਮੌਜੂਦ ਹੈਗਾ, ਉਹਦੇ ਬਾਰੇ ਆਪਾਂ ਨੂੰ ਐਵੀਡੈਂਸ ਅਵੇਲੇਬਲ ਨਹੀਂ ਹੈਗਾ। ਤੋ ਐਵੀਡੈਂਸ ਦੀ ਐਬਸੈਂਸ ਦੇ ਵਿੱਚ ਅਸੀਂ ਪ੍ਰਜ਼ੰਪਸ਼ਨ ਦਾ ਸਹਾਰਾ ਲੈਂਦੇ ਹਾਂ ਇੱਕ ਪਾਰਟਿਕੂਲਰ ਕਨਕਲੂਜਨ ਦੇ ਉੱਤੇ ਪਹੁੰਚਣ ਦੇ ਲਈ। ਪਰ ਅਗਰ ਐਕਚੁਅਲ ਫੈਕਟ ਕੋਰਟ ਦੇ ਸਾਹਮਣੇ ਪੇਸ਼ ਹੋ ਜਾਂਦੇ ਨੇ, ਫਿਰ ਪ੍ਰਜ਼ੰਪਸ਼ਨ ਖਤਮ ਹੋ ਜਾਏਗੀ। तो एक बार मैं पढ़ा देना। In the absence of any evidence in relation to the fact, the presumption in relation to that fact hold the field to arrive at the conclusion. But when the actual fact appear before the court of law, ਜਦੋਂ ਕੋਈ ਐਕਚੁਅਲ ਫੈਕਟ ਕੋਰਟ ਆਫ ਲਾਅ ਦੇ ਸਾਹਮਣੇ ਅਪੀਅਰ ਹੋ ਜਾਂਦਾ ਹੈ, ਫਿਰ ਪ੍ਰਜ਼ੰਪਸ਼ਨ ਖਤਮ ਹੋ ਜਾਏਗੀ। ਅਗਰ ਅਸੀਂ ਪ੍ਰਜ਼ੰਪਸ਼ਨ ਦੀ ਗੱਲ ਕਰੀਏ ਤਾਂ ਪ੍ਰਜ਼ੰਪਸ਼ਨ ਤਿੰਨ ਤਰ੍ਹਾਂ ਦੀ ਹੁੰਦੀ ਹੈ। तो पहले आप प्रजम्पशन दो तरह की गल करते हैं। प्रजम्पशन ਜਾਂ ਤਾਂ ਲਾਅ ਦੀ ਪ੍ਰਜ਼ੰਪਸ਼ਨ ਹੋਏਗੀ ਤੇ ਜਾਂ ਪ੍ਰਜ਼ੰਪਸ਼ਨ ਕਿਸੇ ਫੈਕਟ ਦੀ ਗੱਲ ਪ੍ਰਜ਼ੰਪਸ਼ਨ ਕਿਸੇ ਫੈਕਟ ਦੀ ਪ੍ਰਜ਼ੰਪਸ਼ਨ ਹੋਏਗੀ। ਐਂਡ ਵੈਨ ਦ ਪ੍ਰਜ਼ੰਪਸ਼ਨ ਇਜ਼ ਆਫ ਲਾਅ, ਜਦੋਂ ਅਸੀਂ ਪ੍ਰਜ਼ੰਪਸ਼ਨ ਕਿਸੇ ਲਾਅ ਦੀ ਗੱਲ ਕਰਦੇ ਹਾਂ ਤੇ ਇਹ ਜੋ ਪ੍ਰਜ਼ੰਪਸ਼ਨ ਹੁੰਦੀ ਹੈ ਜਾਂ ਤਾਂ ਪੱਕੀ ਪ੍ਰਜ਼ੰਪਸ਼ਨ ਹੁੰਦੀ ਹੈ ਜਾਂ ਕੱਚੀ ਪ੍ਰਜ਼ੰਪਸ਼ਨ ਹੁੰਦੀ ਹੈ। ਪੱਕੀ ਪ੍ਰਜ਼ੰਪਸ਼ਨ ਨੂੰ ਅਸੀਂ ਕਨਕਲੂਸਿਵ ਪ੍ਰਜ਼ੰਪਸ਼ਨ ਬੋਲਾਂਗੇ ਤੇ ਰਿਬਰਟੇਬਲ ਪ੍ਰਜ਼ੰਪਸ਼ਨ ਨੂੰ ਅਸੀਂ ਕੱਚੀ ਪ੍ਰਜ਼ੰਪਸ਼ਨ ਬੋਲਾਂਗੇ, ਜਿਹਨੂੰ ਅਸੀਂ ਐਵੀਡੈਂਸ ਦੇ ਕੇ ਝੁਠਲਾ ਵੀ ਸਕਦੇ ਹਾਂ। ਜਿਹਨੂੰ ਅਸੀਂ ਐਵੀਡੈਂਸ ਦੇ ਕੇ ਝੁਠਲਾ ਵੀ ਸਕਦੇ ਹਾਂ। ਆਈ ਵਾਂਟ ਟੂ ਰਿਪੀਟ, ਵੈਨ ਦੀ ਪ੍ਰਜ਼ੰਪਸ਼ਨ ਇਜ਼ ਆਫ ਲਾਅ, ਜਦੋਂ ਕਿਸੇ ਪਾਰਟਿਕੂਲਰ ਮੈਟਰ ਦੇ ਵਿੱਚ ਪ੍ਰਜ਼ੰਪਸ਼ਨ ਕਿਸੇ ਲਾਅ ਦੀ ਹੁੰਦੀ ਆ, then it may be either conclusive presumption or rebuttable presumption। ਪਰ ਜਦੋਂ ਪ੍ਰਜ਼ੰਪਸ਼ਨ ਕਿਸੇ ਫੈਕਟ ਦੀ ਹੁੰਦੀ ਹੈ, ਜਦੋਂ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਪ੍ਰਜ਼ੰਪਸ਼ਨ ਅਸੀਂ ਫੈਕਟ ਦੀ ਗੱਲ ਕਰਦੇ ਹਾਂ, तो फैक्ट की प्रजम्पशन हमेशा रिबर्टेबल प्रजम्पशन होती है, कच्ची प्रजम्पशन होती है जिसनों एविडेंस दे के तोड़िया जा सकता है। तो तीसरी तरह की प्रजम्पशन होती है मिक्सड प्रजम्पशनस। तो मिक्सड प्रजम्पशनस वो प्रजम्पशनस ने जो कि पार्टली लॉ दी प्रजम्पशनस ने ते पार्टली फैक्ट दी प्रजम्पशनस ने। ठीक है, तो मैं एक बार रिपीट कर देना सैक्शन 114 को शुरू करने तो पहला, वट इज़ द मीनिंग ऑफ प्रजम्पशन। When we suppose the existence of any fact according to our common sense, this is called presumption of fact। ਜਦੋਂ ਅਸੀਂ ਕਿਸੇ ਫੈਕਟ ਦੀ ਐਗਜ਼ਿਸਟੈਂਸ ਨੂੰ ਸਪੋਜ਼ ਕਰਦੇ ਹਾਂ, ਅੰਦਾਜ਼ਾ ਲਗਾ ਲੈਂਦੇ ਹਾਂ ਆਪਣੀ ਕਾਮਨ ਸੈਂਸ ਦੇ ਅਕੋਰਡਿੰਗਲੀ, ਉਸ ਨੂੰ ਅਸੀਂ ਪ੍ਰਜ਼ੰਪਸ਼ਨ ਆਫ ਫੈਕਟ ਕਹਿੰਦੇ ਹਾਂ। ਇਹਦੇ ਵਿੱਚ ਮੈਂ ਐਗਜ਼ਾਮਪਲ ਤੁਹਾਨੂੰ ਕਰਾਈ ਕਿ ਅਗਰ ਇਹ ਪੋਸਟ ਆਫਿਸ ਗਿਆ, ਉਹਨੇ ਬੀ ਦੇ ਐਡਰੈਸ ਦੇ ਉੱਤੇ ਇੱਕ ਲੈਟਰ ਪੋਸਟ ਕੀਤਾ, ਤਾਂ ਸਾਡੀ ਨਾਰਮਲ ਪ੍ਰਜ਼ੰਪਸ਼ਨ ਕੀ ਹੈਗੀ ਆ? ਨਾਰਮਲ ਸਾਡੀ ਪ੍ਰਜ਼ੰਪਸ਼ਨ ਇਹੀ ਹੈਗੀ ਆ ਕਿ ਇਹ ਲੈਟਰ ਬੀ ਦੇ ਕੋਲ ਪਹੁੰਚੂਗਾ ਹੀ ਪਹੁੰਚੂਗਾ। हाँ, जे कोई अननैचुरल इवेंट होंगी है फिर गल होर आ, पर नॉर्मल टाइम पीरियड दे विच ए द्वारा किया गया लैटर पोस्ट किया गया लैटर बी दे कोल पहुंचेगा। तो प्रजम्पशन की लोड़ कदों होंदी है? जदों मान लो किसी फैक्ट नूं साबित करने दे लई साडे कोल डायरैक्ट एविडेंस नहीं हैगा, फिर उस टाइम के उत्ते असीं प्रजम्पशनां दा सहारा लैंदे हां। पर जदों एक्चुअल फैक्ट कोर्ट ऑफ लॉ के सामने पेश हो जाते हैं, दैन प्रजम्पशन खत्म हो जाऊगी। प्रजम्पशन दो तरह की होंगी है। बेसिकली प्रजम्पशन दो तरह की होएगी।
presumption may be of either of law or either of fact। ਜਦੋਂ presumption law ਦੀ ਹੁੰਦੀ ਹੈ, ਜਦੋਂ law ਕਿਸੇ particular fact ਨੂੰ presume ਕਰਦਾ ਹੈ, ਤਾਂ ਇਹ presumption conclusive presumption ਵੀ ਹੋ ਸਕਦੀ ਹੈ, rebuttable presumption ਵੀ ਹੋ ਸਕਦੀ ਹੈ। conclusive presumption ਪੱਕੀ presumption ਹੁੰਦੀ ਹੈ, rebuttable presumption ਕੱਚੀ presumption ਹੁੰਦੀ ਹੈ ਜਿਸ ਨੂੰ evidence ਦੇ ਕੇ ਤੋੜਿਆ ਜਾ ਸਕਦਾ ਹੈ। ਪਰ ਜਦੋਂ ਅਸੀਂ presumption fact ਦੀ ਗੱਲ ਕਰਦੇ ਹਾਂ, ਜਦੋਂ presumption ਕਿਸੇ fact ਦੀ ਹੁੰਦੀ ਹੈ, ਤਾਂ presumption of fact is always a rebuttable presumption ਜਿਹਨੂੰ evidence ਦੇ ਕੇ ਤੋੜਿਆ ਜਾ ਸਕਦਾ ਹੈ। ਤੇ ਤੀਸਰੀ ਤਰ੍ਹਾਂ ਦੀ presumption ਹੁੰਦੀ ਹੈ mixed presumptions। ਤੇ mixed presumptions ਉਹ presumptions ਨੇ ਜੋ ਕਿ partly law ਦੀਆਂ ਹੁੰਦੀਆਂ ਨੇ ਤੇ partly fact ਦੀਆਂ ਹੁੰਦੀਆਂ ਨੇ। तो अगर असी सैक्शन 114 इंडियन एविडेंस एक्ट 1872 की गल करिए तो ये 9 डिफरेंट केसिस दसे ने बाय वे ऑफ इलस्ट्रेशंस जिहदे कोर्ट मे प्रज्यूम कर सकती है। इट इज़ वेरी इंपॉर्टेंट। असी इंटरप्रिटेशन क्लॉज के मे प्रज्यूम के बारे पढ़िया ही, सॉरी सैक्शन नंबर 4 के पढ़िया ही मे प्रज्यूम के बारे इन रिलेशन टू द एग्जिस्टेंस ऑफ सर्टन फैक्ट। जो कोर्ट मे प्रज्यूम का सहारा लेंदी है, कोर्ट उस फैक्ट की एग्जिस्टेंस को प्रज्यूम कर भी सकती है तो जां कोर्ट ये कह सकती कि मैं नहीं प्रज्यूम करती, मैनू एविडेंस दिओ, इस फैक्ट को साबित करो। तो सैक्शन 114 के 9 डिफरेंट केसिस दस्ते ने जिहदे कोर्ट प्रज्यूम कर सकती है इन रिलेशन टू द एग्जिस्टेंस ऑफ सर्टन फैक्ट। तो सैक्शन 114 के ही उन्होंने प्रजम्पशनस की एक्सैप्शनस के बारे भी रूल ले डाउन किया होया है। तो असी जो 9 डिफरेंट इलस्ट्रेशंस को पढ़ांगे तो असी नाल दे नाल उन्हां दी एक्सैप्शनस के बारे भी पढ़ांगे। असी जो ये गल पढ़ांगे कि कदों कोर्ट किसी फैक्ट की एग्जिस्टेंस को प्रज्यूम कर सकती है, असी ये भी गल नाल दे नाल पढ़ांगे कि कदों उस प्रजम्पशन को खत्म किया जा सकता है। तो एक बार सैक्शन 114 शुरू करने तो पहला 114 की बेयर लैंग्वेज को आपां पढ़ लईए। अकॉर्डिंग टू सैक्शन 114 ऑफ द एक्ट, सैक्शन 114 के अकॉर्डिंगली द कोर्ट मे प्रज्यूम, कोर्ट प्रज्यूम कर सकती है तो जां कोर्ट एविडेंस भी मंग सकती है। द कोर्ट मे प्रज्यूम द एग्जिस्टेंस ऑफ एनी फैक्ट, किसी फैक्ट की एग्जिस्टेंस को मान सकती है विच इट थिंक्स लाइकली टू हैव हैपन्ड, जो कि कोर्ट को लगता है कि ये ईवेंट ये फैक्ट तो हैपन होने ही होने आ, पर किहड़ियां चीज़ों को ध्यान दे विच रख के कोर्ट रिगार्ड कर सकती है, कोर्ट ध्यान दे विच रख सकती है नैचुरल ईवेंट के कॉमन कोर्स नूं, ह्यूमन कंडक्ट नूं ध्यान दे विच रख के, पब्लिक ते प्राइवेट बिजनेस नूं ध्यान दे विच रख के इन देयर रिलेशन टू द फैक्ट ऑफ द पर्टिकुलर केस। तो कहने का मतलब आ कि कोर्ट किसी फैक्ट की एग्जिस्टेंस नूं प्रज्यूम कर सकती है जो कि कोर्ट नूं लगदा है कि वो फैक्ट हैपन होगे आफ्टर हैविंग रिगार्ड टू द कॉमन कोर्स ऑफ नैचुरल इवेंट, ह्यूमन कंडक्ट एंड पब्लिक एंड प्राइवेट बिजनेस इन देयर रिलेशन टू द फैक्ट ऑफ द पर्टिकुलर केस। तो एक बार मैं सैक्शन 114 को रिवाइज कर देना। अकॉर्डिंग टू सैक्शन 114 ऑफ द कोर्ट एक्ट, the court may presume the existence of any fact which it thinks likely to have happened, regard being had to the common course of natural event, human conduct, public and private business in their relation to the fact of the particular case। ठीक है जी। तो नॉर्मल नैचुरल इवेंट की होंदे आ जिहदे विच एक फैक्ट हैपन होंदा, नॉर्मल ह्यूमन कंडक्ट की होंदा एक पर्टिकुलर फैक्ट के रिगार्डिंग दी, नॉर्मल पब्लिक ते प्राइवेट बिजनेस एक फैक्ट के रिगार्डिंगली की होंदा है, उन्हां नूं ध्यान दे विच रख के कोर्ट किसी फैक्ट की एग्जिस्टेंस नूं प्रज्यूम कर सकती है। तो सैक्शन 114 की अगर आपां गल करिए तो सैक्शन 14 एक मैक्सिम के उत्ते बेस है जिहदे विच इह दस्सिया है कि सारे एक्ट ते सारियां चीज़ां ये प्रज्यूम कीतियां जांदियां है वो करैक्टली ते रैगूलरली होंदियां ने कि परमात्मा ने सृष्टि बनाई है तो परमात्मा ने सृष्टि बनाने तो बाद विच सारा काम एक रैगूलर वे दे विच रखिया होया है। इस सैक्शन 114 ਦੇ ਵਿੱਚ ਕੋਰਟ ਨੂੰ ਬੜੀ ਵਾਈਡ ਪਾਵਰ ਦਿੱਤੀ ਆ ਕਿਸੇ ਫੈਕਟ ਨੂੰ ਪ੍ਰਜ਼ਿਊਮ ਕਰਨ ਦੇ ਲਈ। ਕੋਰਟ ਕਿਸੇ ਫੈਕਟ ਦੀ ਪ੍ਰਜ਼ੰਪਸ਼ਨ ਲੈ ਵੀ ਸਕਦੀ ਹੈ ਤੇ ਕੋਰਟ ਐਵੀਡੈਂਸ ਵੀ ਮੰਗ ਸਕਦੀ ਆ ਕਿ ਉਸ ਫੈਕਟ ਇਨ ਇਸ਼ੂ ਨੂੰ ਸਾਬਤ ਕੀਤਾ ਜਾਵੇ ਜਿਨ੍ਹਾਂ ਦੇ ਲਈ ਸੈਕਸ਼ਨ 114 ਦੇ ਵਿੱਚ ਪ੍ਰਜ਼ੰਪਸ਼ਨਸ ਲੇ ਡਾਊਨ ਕੀਤੀਆਂ ਹੋਈਆਂ ਨੇ। कोर्ट ये नहीं कि लकीर दी फकीर नहीं बनूगी, कोर्ट ये नहीं करूगी कि मैं प्रज्यूम कर लिया, कोर्ट ये भी कह सकती है कि इस फैक्ट को साबित किया जाए मेरे सामने बाय गिविंग दी एविडेंस। सो आई वांट टू रिपीट दिस पैराग्राफ। दिस सेक्शन गिव्स द वेरी वाइड पावर टू द कोर्ट in respect of presuming any fact. The court may presume that the fact had been happened in a regular manner
or may call for the evidence to prove the fact in issue for which presumptions are provided under the illustrations of this section। ਹੁਣ ਅਸੀਂ ਇਹ 9 ਡਿਫਰੈਂਟ ਇਲਸਟ੍ਰੇਸ਼ਨਸ ਪੜਾਂਗੇ ਜਿਹਦੇ ਵਿੱਚ ਕੋਰਟ ਪ੍ਰਜ਼ਿਊਮ ਕਰ ਸਕਦੀ ਆ ਇਨ ਰਿਲੇਸ਼ਨ ਟੂ ਦੀ ਐਗਜ਼ਿਸਟੈਂਸ ਆਫ ਐਨੀ ਪਾਰਟਿਕੂਲਰ ਫੈਕਟ। ਤੋ ਆਓ ਜੀ ਵਾਰੀ ਵਾਰੀ ਇਹਨਾਂ ਦੇ ਬਾਰੇ ਗੱਲ ਕਰਦੇ ਹਾਂ। ਬਹੁਤ ਹੀ ਇੰਪੋਰਟੈਂਟ ਆ, ਪੇਪਰ ਦੇ ਵਿੱਚ ਕਈ ਵਾਰ ਤੁਹਾਨੂੰ ਇਲਸਟ੍ਰੇਸ਼ਨ ਹੀ ਸਿੱਧੀਆਂ ਪੁੱਛ ਲਿੱਤੀਆਂ ਜਾਂਦੀਆਂ ਨੇ ਕਿ ਦੱਸੋ ਕੋਰਟ ਇਹਦੇ ਵਿੱਚ ਪ੍ਰਜ਼ਿਊਮ ਕਰੇਗੀ ਜਾਂ ਨਹੀਂ ਕਰੇਗੀ। ਪਹਿਲੀ ਇਲਸਟ੍ਰੇਸ਼ਨ ਦੇਖੋ, ਡੈਟ ਏ ਮੈਨ ਹੂ ਇਜ਼ ਇਨ ਪੋਜੈਸ਼ਨ ਆਫ ਸਟੋਲਨ ਗੁਡਸ। ਇੱਕ ਵਿਅਕਤੀ ਜਿਹਦੇ ਕੋਲ ਕੁਝ ਸਟੋਲਨ ਗੁਡਸ ਉਹਦੇ ਕਬਜ਼ੇ ਦੇ ਵਿੱਚ ਹੈਗੀਆਂ ਸੀ ਚੋਰੀ ਕਰਨ ਤੋਂ ਬਾਅਦ ਵਿੱਚ, ਕੋਰਟ ਪ੍ਰਜ਼ਿਊਮ ਕਰ ਸਕਦੀ ਆ ਕਿ ਚੋਰੀ ਕਰਨ ਤੋਂ ਬਾਅਦ ਵਿੱਚ ਅਗਰ ਕਿਸੇ ਇਨਸਾਨ ਦੇ ਕੋਲ ਕੁਝ ਸਟੋਲਨ ਗੁਡਸ ਹੁੰਦੀਆਂ ਨੇ, ਜਾਂ ਤਾਂ ਉਹ ਵਿਅਕਤੀ ਚੋਰ ਹੈਗਾ ਏ ਤੇ ਜਾਂ ਉਹਨੇ ਗੁਡਸ ਨੂੰ ਰਿਸੀਵ ਕੀਤਾ ਵਾ ਇਸ ਜਾਣਕਾਰੀ ਦੇ ਨਾਲ ਰਿਸੀਵ ਕੀਤਾ ਵਾ ਕਿ ਇਹ ਗੁਡਸ ਚੋਰੀ ਦੀਆਂ ਗੁਡਸ ਨੇ। ਠੀਕ ਹੈ ਨਾ। तो पहले नंबर ਦੇ ਉੱਤੇ ਕੋਰਟ ਪ੍ਰਜ਼ਿਊਮ ਕੀ ਕਰ ਸਕਦੀ ਆ, that a man who is in possession of stolen goods after the theft is either a thief or has received the goods knowing them to be stolen goods। okay, ਪਰ ਅਗਰ ਮੰਨ ਲਓ ਉਹ ਵਿਅਕਤੀ ਜਿਹਦੇ ਖਿਲਾਫ ਇਹ ਪ੍ਰਜ਼ੰਪਸ਼ਨ ਕੋਰਟ ਲੈਂਦੀ ਪਈ ਆ, ਅਗਰ ਉਹ ਐਵੀਡੈਂਸ ਦਿੰਦਾ ਏ ਤੇ ਪ੍ਰੋਪਰ ਸਾਰਾ ਖਾਤਾ ਦਿਖਾ ਦਿੰਦਾ ਏ ਉਹਨਾਂ ਗੁੱਡਸ ਦੀ ਪੋਜੀਸ਼ਨ ਦੇ ਰਿਗਾਰਡਿੰਗਲੀ, तो उस टाइम के उत्ते ये प्रजम्पशन खत्म हो जाएगी। मान लो फॉर एग्जाम्पल के तौर के उत्ते ਉਹਦੇ ਖਿਲਾਫ ਪ੍ਰੋਸੀਕਿਊਸ਼ਨ ਚੱਲੀ, ਇੱਕ ਵਿਅਕਤੀ ਦੇ ਖਿਲਾਫ ਪ੍ਰੋਸੀਕਿਊਸ਼ਨ ਚੱਲੀ ਕਿ ਉਹਦੇ ਕੋਲ ਚੋਰੀ ਦਾ ਸਮਾਨ ਹੈਗਾ ਏ। ਅਗਰ ਮੰਨ ਲਓ ਉਹ ਵਿਅਕਤੀ ਬਿੱਲ ਦਿਖਾ ਦਿੰਦਾ ਹੈ ਕੋਰਟ ਦੇ ਸਾਹਮਣੇ ਕਿ ਆਹ ਦੇਖੋ ਜੀ ਮੈਂ ਫਲਾਨੀ ਦੁਕਾਨ ਦੇ ਵਿੱਚੋਂ ਆਹ ਫਲਾਨਾ ਮੋਬਾਈਲ ਪਰਚੇਜ਼ ਕੀਤਾ ਸੀ ਤੇ ਉਹਦਾ ਬਿੱਲ ਇਹ ਹੈਗਾ ਵਾ, तो फिर उस टाइम ਦੇ ਉੱਤੇ ਇਹ ਪ੍ਰਜ਼ੰਪਸ਼ਨ ਖਤਮ ਹੋ ਜਾਊਗੀ ਐਂਡ ਹੀ ਵਿਲ ਬੀ ਇੰਟਾਈਟਲਡ ਫॉर ਇਕੁਇਟਲ। ਪਰ ਇੱਕ ਗੱਲ ਬੜੀ ਇੰਪੋਰਟੈਂਟ ਹੈ ਇੱਥੇ ਜੋ ਕਿ ਐਕਸੈਪਸ਼ਨ ਦੇ ਵਿੱਚ ਦੱਸੀ ਹੋਈ ਹੈ, if that man cannot give account in relation to the possession of said goods in question। ਅਗਰ ਜਿਨ੍ਹਾਂ ਗੁੱਡਸ ਦਾ ਕੁਐਸਚਨ ਹੈਗਾ ਏ, ਅਗਰ ਉਹਨਾਂ ਗੁੱਡਸ ਦੇ ਰਿਗਾਰਡਿੰਗਲੀ ਅਗਰ ਇੱਕ ਵਿਅਕਤੀ ਆਪਣਾ ਅਕਾਊਂਟ ਨਹੀਂ ਸ਼ੋ ਕਰ ਪਾਉਂਦਾ, ਉਹ ਐਕਸਪਲੇਨ ਨਹੀਂ ਕਰ ਪਾਉਂਦਾ ਕਿ ਉਹ ਗੁੱਡਸ ਉਹਦੇ ਕੋਲ ਕਬਜ਼ੇ ਦੇ ਵਿੱਚ ਕਿੱਦਾਂ ਆਈਆਂ, ਪਰ ਇਹ ਗੱਲ ਸਾਬਤ ਹੋਈ ਪਈ ਆ ਕਿ ਉਹ ਵਿਅਕਤੀ ਲਗਾਤਾਰ ਇਸ ਤਰ੍ਹਾਂ ਦੀਆਂ ਗੁੱਡਸ ਆਪਣੇ ਨਾਰਮਲ ਕੋਰਸ ਆਫ ਬਿਜ਼ਨਸ ਦੇ ਵਿੱਚ ਰਿਸੀਵ ਕਰਦਾ ਰਹਿੰਦਾ ਵਾ, ਫਿਰ ਕੋਰਟ ਉੱਥੇ ਮੇ ਪ੍ਰਜ਼ਿਊਮ ਨਹੀਂ ਕਰੇਗੀ, then the court shall presume that either that man is thief ਕਿ ਜਾਂ ਤਾਂ ਉਹ ਇਨਸਾਨ ਚੋਰ ਹੈਗਾ ਏ or that man has received the goods knowing them to be the stolen goods ਕਿ ਉਸ ਇਨਸਾਨ ਨੇ ਗੁੱਡਸ ਰਿਸੀਵ ਕੀਤੀਆਂ ਵਾ ਇਸ ਜਾਣਕਾਰੀ ਦੇ ਨਾਲ ਗੁੱਡਸ ਰਿਸੀਵ ਕੀਤੀਆਂ ਕਿ ਇਹ ਗੁੱਡਸ ਸਟੋਲਨ ਗੁੱਡਸ ਹੈਗੀਆਂ ਸੀ। तो मैं एक बार रिपीट कर देना, that a man who is in possession of stolen goods after the theft is committed is either a thief or has received the goods knowing them to be stolen। पर ये अगर व्यक्ति एविडेंस दे दिंदा है and make proper account in relation to the said possession, then the presumption which is created under the illustration number A of section number 114 will come to an end। But it is also very important to note here that if that man cannot give account in relation to the possession of said goods in question, अगर वो व्यक्ति ਉਹਨਾਂ ਗੁੱਡਸ ਦੀ ਪੋਜੀਸ਼ਨ ਦੇ ਬਾਰੇ ਕੋਈ ਬਿਊਰਾ ਨਹੀਂ ਦੇ ਪਾਉਂਦਾ, ਬਟ ਇਟ ਇਜ਼ ਪ੍ਰੂਵਡ ਅਗਰ ਇਹ ਚੀਜ਼ ਸਾਬਤ ਹੋਈ ਹੈ that the man is continually receiving such goods in the course of his business, ਆਪਣੇ ਕੋਰਸ ਆਫ ਬਿਜ਼ਨਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੁੱਡਸ ਉਹ ਕੰਟੀਨਿਊਲੀ ਰਿਸੀਵ ਕਰਦਾ ਪਿਆ ਵਾ, then the court shall presume that either that man is thief ਕਿ ਉਹ ਵਿਅਕਤੀ ਚੋਰ ਹੈਗਾ ਏ or that man has received the goods knowing them to be stolen goods। so this is something about illustration number A। ਹੁਣ ਅਸੀਂ ਇਲਸਟ੍ਰੇਸ਼ਨ ਨੰਬਰ B ਦੀ ਗੱਲ ਕਰਦੇ ਹਾਂ। ਇਲਸਟ੍ਰੇਸ਼ਨ ਨੰਬਰ B ਦੇ ਵਿੱਚ ਕੀ ਹੈ, ਕੋਰਟ ਪ੍ਰਜ਼ਿਊਮ ਕੀ ਕਰ ਸਕਦੀ ਹੈ, ਉਹੀ ਗੱਲ, the court may presume that an accomplish ਕੌਣ ਹੁੰਦਾ ਹੈ, accomplish ਇੱਕ ਇਦਾਂ ਦਾ ਵਿਅਕਤੀ ਹੁੰਦਾ ਹੈ ਜੋ ਕਿ ਕਿਸੇ ਕ੍ਰਾਈਮ ਦੇ ਵਿੱਚ ਗਿਲਟੀ ਐਸੋਸੀਏਟ ਹੁੰਦਾ ਹੈ, ਉਹਦਾ ਇੱਕ ਮਤਲਬ ਜਿਹਦੇ ਖਿਲਾਫ ਜੁਆਇੰਟ ਟ੍ਰਾਇਲ ਚੱਲਦਾ ਪਿਆ ਹੈ, that an accomplish is not to be believed ਕਿ ਇੱਕ accomplish ਦੇ ਉੱਤੇ ਕਦੀ ਵੀ ਯਕੀਨ ਨਹੀਂ ਕਰਨਾ ਜਿੰਨੀ ਦੇਰ ਤੱਕ ਉਹਦੀ ਗਵਾਹੀ ਮਟੀਰੀਅਲ ਪਾਰਟਿਕੂਲਰਸ ਦੇ ਨਾਲ ਕੋਰਬੋਰੇਟ ਨਹੀਂ ਹੁੰਦੀ, ਮਤਲਬ ਅਗਰ ਕੋਈ ਮਟੀਰੀਅਲ ਪਾਰਟਿਕੂਲਰਸ ਉਹਦੀ ਗਵਾਹੀ ਨੂੰ ਨਾਲ ਅਕੰਪਨੀ ਨਹੀਂ ਕਰਦੇ ਉਨੀ ਦੇਰ ਤੱਕ ਅਕੰਪਲਿਸ਼ ਦੀ ਸਟੇਟਮੈਂਟ ਦੇ ਬੇਸਿਸ ਦੇ ਉੱਤੇ ਆਪਾਂ ਰਿਲਾਈਡ ਅਪਨ ਨਹੀਂ ਕਰਨਾ। ਅਕੰਪਲਿਸ਼ ਕੌਣ ਹੁੰਦਾ ਹੈ, ਅਕੰਪਲਿਸ਼ ਇਜ਼ ਅ ਪਰਸਨ ਹੂ ਇਜ਼ ਗਿਲਟੀ ਐਸੋਸੀਏਟ ਆਫ ਅ ਕ੍ਰਾਈਮ। ਫॉर एग्जाम्पल A, B and C committed ਡਕੈਤੀ, A, B ਅਤੇ C ਨੇ ਤਿੰਨਾਂ ਨੇ ਇੱਕ ਡਕੈਤੀ ਕਮਿਟ ਕੀਤੀ, ਇਹ ਐਲੀਗੇਸ਼ਨਸ ਤੇ। In this case any of the above mentioned persons are accomplished।
ਅਗਰ A ਦੀ ਗੱਲ ਕਰੀਏ, B ਦੀ ਗੱਲ ਕਰੀਏ, C ਦੀ ਗੱਲ ਕਰੀਏ, ਕਿਉਂਕਿ ਦੂਸਰੇ ਵਿਅਕਤੀਆਂ ਦੇ ਨਾਲ ਜੁੜ ਕੇ ਕੰਮ ਕਰਦੇ ਪਏ ਸੀ, ਡਕੈਤੀ ਦਾ ਆਫੈਂਸ ਕਮਿਟ ਕਰਦੇ ਪਏ ਸੀ, ਤਾਂ ਉਹਨਾਂ ਵਿਅਕਤੀਆਂ ਦੇ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਅਸੀਂ ਅਕੰਪਲਿਸ਼ ਕਹਿ ਸਕਦੇ ਹਾਂ। If any of them is produced before the court as a witness to the crime, ਅਗਰ ਉਹ ਕ੍ਰਾਈਮ ਦੀ ਗਵਾਹੀ ਦੇਣ ਦੇ ਲਈ ਵਿਟਨੈਸ ਦੇ ਤੌਰ ਦੇ ਉੱਤੇ ਪ੍ਰੋਡਿਊਸ ਕੀਤਾ ਜਾਂਦਾ ਬਾਈ ਦਾ ਪੁਲਿਸ। ਪਰ ਇੱਕ ਗੱਲ ਹੈਗੀ ਆ, ਸਿਰਫ ਤੇ ਸਿਰਫ ਅਕੰਪਲਿਸ਼ ਆ ਗਿਆ ਸਟੇਟਮੈਂਟ ਦੇਣ ਦੇ ਲਈ, ਕੋਰਟ ਨੇ ਇਹ ਨਹੀਂ ਅੱਖਾਂ ਬੰਦ ਕਰਕੇ ਉਹਦੀ ਸਟੇਟਮੈਂਟ ਨੂੰ ਰਿਕਾਰਡ ਕਰ ਲੈਣਾ। ਦੈਨ ਹਿਸ ਸਟੇਟਮੈਂਟ ਸ਼ੁੱਡ ਬੀ ਟੇਕਨ ਵਿਦ ਗ੍ਰੇਟ ਪ੍ਰੀਕਾਸ਼ਨ, ਬੜੇ ਹੀ ਧਿਆਨ ਦੇ ਨਾਲ ਉਹਦੀ ਸਟੇਟਮੈਂਟ ਨੂੰ ਕੋਰਟ ਨੇ ਰਿਕਾਰਡ ਕਰਨਾ ਵਾ। ਕਿਉਂ? As it is likely that he may state falsely in order to shift the fault from his shoulder to the other person who are jointly tried with him, ਕਿਉਂਕਿ ਉਹ ਇਹ ਕਰ ਸਕਦਾ ਹੈ ਕਿ ਝੂਠ ਬੋਲੇ, ਆਪਣੇ ਆਪ ਦਾ ਬਚਾਅ ਕਰੇ ਤੇ ਆਪਣਾ ਇਲਜ਼ਾਮ ਵੀ ਦੂਸਰਿਆਂ ਦੇ ਮੋਢਿਆਂ ਦੇ ਉੱਤੇ ਰੱਖ ਦੇਵੇ। That is the reason that while taking the testimony of accomplish, ਕਿ ਜਦੋਂ ਕਿਸੇ accomplish ਦੀ ਗਵਾਹੀ ਲਿੱਤੀ ਜਾਂਦੀ ਹੈ, ਕਿਸੇ ਗਵਾਹੀ ਉਹਦੀ ਸਟੇਟਮੈਂਟ ਲਿੱਤੀ ਜਾਂਦੀ ਹੈ, there must be some additional evidence, ਕਿ ਸਿਰਫ ਤੇ ਸਿਰਫ ਉਹਦੀ ਸਟੇਟਮੈਂਟ ਹੀ ਸਫੀਸ਼ੀਐਂਟ ਨਹੀਂ ਹੈਗੀ, ਕੁਝ ਐਡੀਸ਼ਨਲ ਐਵੀਡੈਂਸ ਦੀ ਵੀ ਲੋੜ ਹੈਗੀ ਆ, ਜੋ ਕਿ ਇਸ ਗੱਲ ਨੂੰ ਪੱਕਾ ਕਰੇ ਕਿ ਜੋ ਅਕੰਪਲਿਸ਼ ਦੇ ਦੁਆਰਾ ਸਟੋਰੀ ਦੱਸੀ ਜਾ ਰਹੀ ਆ ਉਹ ਇੱਕ ਸੱਚੀ ਸਟੋਰੀ ਹੈਗੀ ਆ। That is the reason that while taking the testimony of accomplish, there must be some additional evidence which render it probable that the story of the accomplish is the true story। ਪਰ ਇੱਥੇ ਦੋ ਐਕਸੈਪਸ਼ਨਸ ਵੀ ਆ ਜਾਂਦੀਆਂ ਨੇ ਇਲਸਟ੍ਰੇਸ਼ਨ ਨੰਬਰ 20 ਦੀਆਂ। ਪਹਿਲੀ ਐਕਸੈਪਸ਼ਨ ਦੇ ਵਿੱਚ ਕੀ ਹੈਗਾ ਹੈ? In the first exception, it is provided that if A, who is a person of highest character, ਅਗਰ A ਇੱਕ ਹਾਈਐਸਟ ਕਰੈਕਟਰ ਦਾ ਵਿਅਕਤੀ ਹੈਗਾ ਜੀ, ਉਹਦੇ ਖਿਲਾਫ ਇੱਕ ਟ੍ਰਾਇਲ ਚੱਲਦਾ ਪਿਆ ਫॉर ਦੀ ਆਫੈਂਸ ਆਫ ਮਰਡਰ, ਤੇ ਨਾਲ ਦੇ ਨਾਲ B ਵੀ ਹੈਗਾ ਏ ਜੋ ਕਿ ਇਕੁਅਲੀ ਗੁੱਡ ਕਰੈਕਟਰ ਦਾ ਵਿਅਕਤੀ ਹੈਗਾ ਏ, ਉਹ ਐਡਮਿਟ ਕਰਦਾ ਏ ਤੇ ਐਕਸਪਲੇਨ ਕਰਦਾ ਏ ਕਾਮਨ ਕੇਅਰਲੈਸਨੈਸ ਆਫ A ਐਂਡ ਹਿਮਸੈਲਫ, ਕਿ ਸੱਚਮੁੱਚ ਮੇਰੀ ਤੇ A ਦੀ ਗਲਤੀ ਹੈਗੀ ਸੀ। ਦੈਨ ਦ ਕੋਰਟ ਸ਼ੈਲ ਹੈਵ ਰਿਗਾਰਡ ਟੂ ਸਚ ਫੈਕਟ, ਫਿਰ ਕੋਰਟ ਇਸ ਗੱਲ ਦੇ ਉੱਤੇ ਵੀ ਧਿਆਨ ਦੇ ਵਿੱਚ ਰੱਖੂਗੀ, ਇਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖੂਗੀ ਕਿ A ਤੇ B ਬਹੁਤ ਹੀ ਉੱਚੇ ਦਰਜੇ ਦੇ ਵਿਅਕਤੀ ਆ, ਤੇ B ਵੀ ਇੱਕ ਇਦਾਂ ਦਾ ਵਿਅਕਤੀ ਆ ਜੋ ਕਿ ਨਾਰਮਲੀ ਝੂਠ ਨਹੀਂ ਬੋਲ ਸਕਦਾ, ਤਾਂ ਉਹਦੀ ਸਟੇਟਮੈਂਟ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਸਕਦਾ ਹੈ। ਤੋ ਇਨ ਦਾ ਸੈਕੰਡ ਐਕਸੈਪਸ਼ਨ, ਜੇ ਆਪਾਂ ਦੂਸਰੀ ਐਕਸੈਪਸ਼ਨ, ਇੱਕ ਤਾਂ ਹੋਗੀ ਫਸਟ ਐਕਸੈਪਸ਼ਨ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਵਾਲੀ ਐਗਜ਼ਾਮਪਲ ਦਿੱਤੀ ਕਿ ਅਗਰ A ਜੋ ਕਿ ਬਹੁਤ ਹਾਈਐਸਟ ਕਰੈਕਟਰ ਦਾ ਵਿਅਕਤੀ ਆ, ਉਹਦੇ ਖਿਲਾਫ ਮਰਡਰ ਦਾ ਟ੍ਰਾਇਲ ਚੱਲਦਾ ਪਿਆ ਏ, ਤੇ B ਜੋ ਕਿ ਇਕੁਅਲੀ ਗੁੱਡ ਕਰੈਕਟਰ ਦਾ ਵਿਅਕਤੀ ਆ, ਅਗਰ ਉਹ ਐਡਮਿਟ ਕਰਦਾ ਪਿਆ ਤੇ ਐਕਸਪਲੇਨ ਕਰਦਾ ਪਿਆ ਕਿ ਕਦੋਂ ਉਹ ਅਣਗਹਿਲੀ ਹੈਗੇ ਸੀ A ਤੇ B, ਤੇ ਜਿਹਦੇ ਕਰਕੇ ਦੂਸਰੇ ਵਿਅਕਤੀ ਦਾ ਮਰਡਰ ਹੋ ਗਿਆ, ਤੇ ਕੋਰਟ ਉਸ ਟਾਈਮ ਦੇ ਉੱਤੇ B ਦੀ ਸਟੇਟਮੈਂਟ ਨੂੰ ਵੀ ਤਵੱਜੋ ਦੇਗੀ। ਇਨ ਦਾ ਸੈਕੰਡ ਐਕਸੈਪਸ਼ਨ, ਜੇ ਸੈਕੰਡ ਐਕਸੈਪਸ਼ਨ ਦੇ ਵਿੱਚ it is provided that if a crime is committed by several persons, ਅਗਰ ਇੱਕ ਕ੍ਰਾਈਮ ਇਨ ਕੁਐਸਚਨ ਕਈ ਵਿਅਕਤੀਆਂ ਨੇ ਕਮਿਟ ਕੀਤਾ ਹੈ, ਤੇ ਉਹਨਾਂ ਵਿਅਕਤੀਆਂ ਦੇ ਵਿੱਚੋਂ ਤਿੰਨ ਵਿਅਕਤੀ A, B ਐਂਡ C ਨੂੰ ਮੌਕੇ ਦੇ ਉੱਤੋਂ ਹੀ ਕੈਪਚਰ ਕਰ ਲਿੱਤਾ ਗਿਆ, ਗ੍ਰਿਫਤਾਰ ਕਰ ਲਿੱਤਾ ਗਿਆ, ਤੇ ਤਿੰਨਾਂ ਵਿਅਕਤੀਆਂ ਨੂੰ A, B ਅਤੇ C ਨੂੰ ਇੱਕ ਦੂਜੇ ਤੋਂ ਵੱਖਰੇ ਵੱਖਰੇ ਰੱਖਿਆ ਗਿਆ, ਵੱਖਰੇ ਵੱਖਰੇ ਸੈੱਲ ਦੇ ਵਿੱਚ ਰੱਖਿਆ ਗਿਆ। ਤਿੰਨਾਂ ਵਿਅਕਤੀਆਂ ਨੇ ਪੂਰੇ ਕ੍ਰਾਈਮ ਦੇ ਬਾਰੇ ਜਾਣਕਾਰੀ ਦਿੱਤੀ, ਜਿਸ ਕ੍ਰਾਈਮ ਦੇ ਵਿੱਚ ਉਹ D ਨੂੰ ਵੀ ਇੰਪਲੀਕੇਟ ਕਰਦੇ ਪਏ ਨੇ, ਤੇ ਉਹਨਾਂ ਦੀ ਜੋ ਸਟੇਟਮੈਂਟ ਹੈਗੀਆਂ ਨੇ ਉਹ ਇਸ ਤਰੀਕੇ ਨਾਲ ਇੱਕ ਦੂਜੇ ਨਾਲ ਕੋਰਬੋਰੇਟ ਹੋਣ ਡੀਆਂ ਨੇ, ਮਿਲਦੀਆਂ ਪਈਆਂ ਨੇ, ਕਿ ਆਪਾਂ ਇਹ ਵੀ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਪਹਿਲਾਂ ਕੋਈ ਸਾਜ਼ਿਸ਼ ਕੀਤੀ ਸੀ ਕਿ ਅਸੀਂ D ਨੂੰ ਵੀ ਫਸਾਵਾਂਗੇ ਉਸ ਟਾਈਮ ਦੇ ਉੱਤੇ, ਕਿਉਂਕਿ ਤਿੰਨਾਂ ਵਿਅਕਤੀਆਂ ਨੇ ਵੱਖਰੀ ਵੱਖਰੀ ਜਗ੍ਹਾ ਤੇ ਸਟੇਟਮੈਂਟ ਦਿੱਤੀਆਂ, ਤਿੰਨਾਂ ਨੇ D ਨੂੰ ਇੰਪਲੀਕੇਟ ਕੀਤਾ, ਤੇ ਤਿੰਨਾਂ ਦੀ ਸਟੇਟਮੈਂਟ ਆਪਸ ਦੇ ਵਿੱਚ ਮੇਲ ਵੀ ਖਾਂਦੀ ਪਈ ਆ। ਦੈਨ ਦ ਕੋਰਟ ਸ਼ੈਲ ਪ੍ਰਜ਼ਿਊਮ ਦ ਸਟੇਟਮੈਂਟ ਆਫ ਦ ਅਕੰਪਲਿਸ਼ ਐਜ਼ ਬੀਇੰਗ ਟਰੂ, ਉਸ ਟਾਈਮ ਦੇ ਉੱਤੇ ਅਕੰਪਲਿਸ਼ ਦੀ ਸਟੇਟਮੈਂਟ ਨੂੰ ਕੋਰਟ ਸੱਚੀ ਮੰਨ ਸਕਦੀ ਹੈ। ਤਾਂ ਨਾਰਮਲ ਪ੍ਰਜ਼ੰਪਸ਼ਨ ਕੀ ਹੈ ਕਿ ਅਕੰਪਲਿਸ਼ ਦੇ ਉੱਤੇ ਯਕੀਨ ਨਹੀਂ ਕਰਨਾ, ਪਰ ਕਦੋਂ ਕਦੋਂ ਯਕੀਨ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਆਪਾਂ ਇਹਦੇ ਵਿੱਚ ਪੜ੍ਹਿਆ। ਹੁਣ ਆਓ ਜੀ C ਇਲਸਟ੍ਰੇਸ਼ਨ ਦੇ ਉੱਤੇ। C illustration ਨੂੰ ਪੜ੍ਹਾਉਣ ਤੋਂ ਪਹਿਲਾਂ it is very important for me to tell you what is the meaning of bill of exchange. Bill of exchange is an order. Bill of exchange ਕੀ ਹੁੰਦਾ ਹੈ? ਇੱਕ ਆਰਡਰ ਹੁੰਦਾ ਹੈ ਜਿਹਦੇ ਵਿੱਚ ਡਰਾਅਰ ਆਫ ਦਾ ਬਿੱਲ ਦੂਸਰੇ ਵਿਅਕਤੀ ਨੂੰ ਇਹ ਗੱਲ ਕਹਿੰਦਾ ਹੈ ਕਿ ਇਸ ਪਾਰਟਿਕੂਲਰ ਡੇ ਦੇ ਵਿੱਚ ਤੁਸੀਂ ਮੈਨੂੰ ਪੈਸਾ ਵਾਪਸ ਕਰਨਾ ਹੈ, ਤੇ ਦੂਸਰਾ ਵਿਅਕਤੀ ਉਸ ਬਿੱਲ ਨੂੰ ਅਗਰ ਐਕਸੈਪਟ ਕਰਦਾ ਹੈ ਜਾਂ ਇੰਡੋਰਸ ਕਰਦਾ ਹੈ, ਤੇ ਉਸ ਵਿਅਕਤੀ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਸ ਪਾਰਟਿਕੂਲਰ ਡੇਟ ਦੇ ਵਿੱਚ ਡਰਾਅਰ ਨੂੰ ਪੇਮੈਂਟ ਕਰਨੀ ਹੈ। तो पहली जो प्रजम्पशन आ वो की हैगी आ, पहली प्रजम्पशन ये हैगा वा कि अगर कोई बिल ऑफ एक्सचेंज इन क्वेश्चन विच इज एक्सेप्टेड और इंडोर्सड, जो कि एक्सेप्ट किया गया या इंडोर्स किया गया दूसरे व्यक्ति के द्वारा, उसनों एक्सेप्ट किया गया सी या इंडोर्स किया गया ही फॉर ए गुड कंसिडरेशन, मतलब कि कोई व्यक्ति अपनी लाइबिलिटी ਨੂੰ क्यों ਮੰਨੂਗਾ?
ਜੇ ਉਹਨੇ ਕਿਸੇ ਵਿਅਕਤੀ ਦੇ ਪੈਸੇ ਦੇਣੇ ਆ ਤਾਂ ਹੀ ਤਾਂ ਲਾਇਬਿਲਿਟੀ ਬਣੂਗਾ। ਫੋਰ ਐਗਜ਼ਾਮਪਲ, ਏ ਨੇ ਬੀ ਦੇ ਕੋਲੋਂ ਪੈਸੇ ਲੈਣੇ ਸੀ, ਏ ਨੇ ਬਿੱਲ ਆਫ ਐਕਸਚੇਂਜ ਲਿਖਿਆ ਤੇ ਬੀ ਨੇ ਉਸ ਬਿੱਲ ਆਫ ਐਕਸਚੇਂਜ ਨੂੰ ਐਕਸੈਪਟ ਕਰ ਦਿੱਤਾ, ਤੇ ਕੋਰਟ ਪ੍ਰਜ਼ੰਪਸ਼ਨ, ਨਾਰਮਲ ਪ੍ਰਜ਼ੰਪਸ਼ਨ ਕੀ ਕਰੂਗੀ ਕਿ ਬੀ ਨੇ ਏ ਦੇ ਪੈਸੇ ਦੇਣੇ ਸੀ, ਇਸੇ ਕਰਕੇ ਬਿੱਲ ਆਫ ਐਕਸਚੇਂਜ ਨੂੰ ਉਹਨੇ ਸਾਈਨ ਕੀਤਾ ਜਾਂ ਇੰਡੋਰਸ ਕੀਤਾ। ਠੀਕ ਹੈ ਜੀ, ਤਾਂ ਨਾਰਮਲ ਪ੍ਰਜ਼ੰਪਸ਼ਨ ਕੀ ਹੈ? that the court may presume that a bill of exchange which is accepted or endorsed was accepted or endorsed for a good consideration। ਪਰ ਇਸ illustration ਦੀ ਵੀ ਇੱਕ exception ਹੈਗੀ ਹੈ। But it is also very important to note here that if A, who is the drawer of a bill of exchange, ਅਗਰ A ਜੋ ਕਿ bill of exchange ਨੂੰ ਲਿਖਣ ਵਾਲਾ ਵਿਅਕਤੀ ਸੀ, ਉਹ ਇੱਕ ਮੈਨ ਆਫ ਬਿਜ਼ਨਸ ਹੈਗਾ ਏ, ਕਹਿਣ ਦਾ ਮਤਲਬ ਬੜਾ ਚਲਾਕ ਬੰਦਾ ਹੈਗਾ ਏ, ਜਿਸ ਨੇ ਬਿੱਲ ਆਫ ਐਕਸਚੇਂਜ ਨੂੰ ਲਿਖਿਆ ਏ, ਤੇ ਜਿਹੜਾ ਬੀ ਜੋ ਕਿ ਬਿੱਲ ਆਫ ਐਕਸਚੇਂਜ ਨੂੰ ਐਕਸੈਪਟ ਕਰਦਾ ਏ, ਇੱਕ ਯੰਗ ਤੇ ਇਗਨੋਰੈਂਟ ਪਰਸਨ ਆ, ਜਵਾਨ ਵੀ ਆ, ਉਹਨੂੰ ਬਿੱਲ ਆਫ ਐਕਸਚੇਂਜ ਦੇ ਬਾਰੇ ਕੁਝ ਪਤਾ ਵੀ ਨਹੀਂ ਹੈਗਾ, ਤੇ ਉਹ ਵਿਅਕਤੀ ਪੂਰਾ ਦਾ ਪੂਰਾ ਏ ਦੇ ਕੰਟਰੋਲ ਦੇ ਵਿੱਚ ਹੈਗਾ ਏ, ਹੂ ਇਜ਼ ਕੰਪਲੀਟਲੀ ਅੰਡਰ ਦੀ ਇਨਫਲੂਐਂਸ ਆਫ ਏ ਨੂੰ ਸਭ ਕੁਝ ਮੰਨਦਾ ਏ, ਏ ਨੇ ਜੋ ਕੁਝ ਕਹਿਤਾ ਚੱਲ ਜੀ ਇੱਥੇ ਸਾਈਨ ਕਰ ਦਿੱਤੇ। ਦੈਨ ਕੋਰਟ ਇਸ ਫੈਕਟ ਨੂੰ ਵੀ ਧਿਆਨ ਦੇ ਵਿੱਚ ਰੱਖੂਗੀ ਕਿ ਕਿਤੇ ਇਹ ਤਾਂ ਨਹੀਂ ਹੈਗਾ ਕਿ ਏ ਨੇ ਆਪਣਾ ਅਨਡਿਊ ਇਨਫਲੂਐਂਸ ਇਸਤੇਮਾਲ ਕਰਕੇ ਬੀ ਦੇ ਕੋਲੋਂ ਗਲਤ ਤਰੀਕੇ ਦੇ ਨਾਲ ਬਿੱਲ ਆਫ ਐਕਸਚੇਂਜ ਦੇ ਉੱਤੇ ਸਾਈਨ ਕਰਵਾ ਲਿੱਤੇ ਹੈ। ਦੈਨ ਦ ਕੋਰਟ ਸ਼ੈਲ ਹੈਵ ਰਿਗਾਰਡ ਟੂ ਸਚ ਫੈਕਟ ਇਨ ਇਟਸ ਮਾਈਂਡ ਆਲਸੋ। तो मैं सी इलस्ट्रेशन पढ़ा दूंगा। डेट ए बिल ऑफ एक्सचेंज which is accepted or endorsed was accepted or endorsed for a good consideration. But it is also very important to note here that if A, who is the drawer of a bill of exchange, was a man of business, B, the acceptor was a young and ignorant person who is completely under the influence of A, जो कि A ਦੇ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈਗਾ ਸੀ, then the court shall have regard to such fact in its mind as well। ਠੀਕ ਹੈ ਜੀ, ਸੋ ਦਿਸ ਇਜ਼ ਸਮਥਿੰਗ ਅਬਾਊਟ ਸੀ ਇਲਸਟ੍ਰੇਸ਼ਨ। ਹੁਣ ਅਸੀਂ ਗੱਲ ਕਰਦੇ ਹਾਂ ਡੀ ਇਲਸਟ੍ਰੇਸ਼ਨ ਦੇ ਬਾਰੇ। ਡੀ ਇਲਸਟ੍ਰੇਸ਼ਨ ਦੇ ਵਿੱਚ ਕੀ ਹੈਗਾ ਕਿ ਅਗਰ ਮੰਨ ਲਓ ਕੋਈ ਚੀਜ਼ ਜਾਂ ਸਟੇਟ ਆਫ ਥਿੰਗਸ ਜੋ ਕਿ ਇੱਕ ਮੌਜੂਦਗੀ ਦੇ ਵਿੱਚ ਹੈਗੀ ਬਹੁਤ ਹੀ ਘੱਟ ਸਮੇਂ ਦੇ ਵਿੱਚ, ਠੀਕ ਹੈ, ਤਾਂ ਇਹ ਗੱਲ ਮੰਨੀ ਜਾਂਦੀ ਹੈ ਕਿ ਉਹ ਚੀਜ਼ ਅਜੇ ਵੀ ਮੌਜੂਦ ਹੈਗੀ ਆ। ਡੈਟ ਅ ਥਿੰਗ ਔਰ ਸਟੇਟ ਆਫ ਥਿੰਗ which has been shown to be in existence within a period shorter than within which such thing or state of thing usually ceases to exist is still in existence। तो उस टाइम ਦੇ ਉੱਤੇ ਆਪਾਂ ਕੀ ਮੰਨਾਂਗੇ ਕਿ ਉਹ ਚੀਜ਼ ਅਜੇ ਵੀ ਮੌਜੂਦਗੀ ਦੇ ਵਿੱਚ ਹੈ। ਅਗਰ ਇੱਕ ਚੀਜ਼ ਥੋੜੀ ਦੇਰ ਪਹਿਲਾਂ ਚੱਲਦੀ ਪਈ ਸੀ ਤਾਂ ਉਹ ਚੀਜ਼ ਅਜੇ ਵੀ ਚੱਲਦੀ ਪਈ ਹੈ। ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਇੱਕ ਪਾਰਟਿਕੂਲਰ ਖੇਤ ਨੂੰ ਜਾਣ ਦੇ ਲਈ ਇੱਕ ਰਸਤਾ ਹੈਗਾ ਸੀ ਤਾਂ ਅਜੇ ਵੀ ਉਹ ਰਸਤਾ ਹੈਗਾ ਹੀ ਹੈਗਾ। तो this illustration is founded on the presumption in favor of continuance कि अगर कोई state of things ਜਾਂ relation things ਮੌਜੂਦਗੀ ਦੇ ਵਿੱਚ ਪਹਿਲਾਂ ਹੈਗੀਆਂ ਸੀ, ਉਹ ਅੱਜ ਦੀ ਡੇਟ ਦੇ ਵਿੱਚ ਵੀ ਮੌਜੂਦਗੀ ਦੇ ਵਿੱਚ ਹੈਗੀਆਂ ਸੀ। For example, where a custom was proved to have been existed up to the year 1869, ਅਗਰ ਇੱਕ ਪਾਰਟੀ ਨੇ ਇਹ ਗੱਲ ਸਾਬਤ ਕਰ ਦਿੱਤੀ ਕੋਰਟ ਆਫ ਲਾਅ ਦੇ ਵਿੱਚ ਕਿ ਇੱਕ ਰੀਤੀ ਰਿਵਾਜ ਸੀ, ਕਸਟਮ ਹੈਗੇ ਹੀ ਜੋ ਕਿ 1869 ਤੱਕ ਚੱਲਦੇ ਪਏ ਸੀ। The court held that in the absence of any evidence of its abolition, ਕੋਰਟ ਨੇ ਹੈਲਡ ਕੀਤਾ ਕਿ ਅਗਰ ਇਸ ਕਸਟਮ ਦੀ ਅਬੋਲਿਸ਼ਨ ਦਾ ਕਿਸੇ ਵਿਅਕਤੀ ਨੇ ਕੋਈ ਐਵੀਡੈਂਸ ਨਹੀਂ ਦਿੱਤਾ ਤੇ ਕੋਰਟ ਉੱਥੇ ਪ੍ਰਜ਼ਿਊਮ ਕਰ ਸਕਦੀ ਆ ਕਿ ਸਟਿਲ ਉਹ ਜਿਹੜਾ ਕਸਟਮ ਹੈਗਾ ਵਾ ਮੌਜੂਦ ਹੈਗਾ ਵਾ ਐਟ ਦਾ ਟਾਈਮ ਆਫ ਟ੍ਰਾਇਲ ਇਨ ਦਾ ਈਅਰ 1940। ਕਿ ਅਗਰ ਮੰਨ ਲਓ 1940 ਦੇ ਵਿੱਚ ਕੇਸ ਚੱਲਦਾ ਪਿਆ ਤੇ 1940 ਦੇ ਵਿੱਚ ਵੀ ਉਹ ਕਸਟਮ ਮੌਜੂਦ ਹੈਗਾ ਵਾ ਜੋ ਕਿ 1869 ਦੇ ਵਿੱਚ ਮੌਜੂਦ ਸੀ। ਪਰ ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਆ ਨੋਟ ਕਰਨ ਵਾਲੀ, ਅਗਰ ਮੰਨ ਲਓ ਇਹਦੇ ਵਿੱਚ ਹੀ ਐਗਜ਼ਾਮਪਲ ਦਿੱਤੀ ਹੋਈ ਹੈ, ਇਫ ਇਟ ਇਜ਼ ਪ੍ਰੂਵਡ ਡੈਟ ਅ ਰਿਵਰ ਰੈਨ ਇਨ ਅ ਸਰਟਨ ਕੋਰਸ 5 years ago, ਪਿਛਲੇ 5 ਸਾਲ ਪਹਿਲਾਂ ਇੱਕ ਰਿਵਰ ਇੱਕ ਪਾਰਟਿਕੂਲਰ ਕੋਰਸ ਦੇ ਵਿੱਚ ਵਗਦੀ ਪਈ ਸੀ, ਪਰ ਇਹ ਗੱਲ ਵੀ ਪਤਾ ਲੱਗ ਗਈ ਕਿ ਇੱਕ ਫਲੱਡ ਆਇਆ ਸੀ, ਫਲੱਡ ਨੇ ਕੀ ਕੀਤਾ ਉਸ ਰਿਵਰ ਦਾ ਰਸਤਾ ਮੋੜ ਦਿੱਤਾ। ਫਿਰ ਕੋਰਟ ਇਸ ਗੱਲ ਨੂੰ ਵੀ ਤਵੱਜੋ ਦੇਗੀ ਕਿ ਹੁਣ ਇਹ ਹੋ ਸਕਦਾ ਵਾ ਕਿ ਉਹ ਜੋ ਕੋਰਸ ਜੋ ਕਿ 5 ਸਾਲ ਪਹਿਲਾਂ ਰਿਵਰ ਦਾ ਚੱਲਦਾ ਪਿਆ ਸੀ ਉਹ ਹੁਣ ਬਦਲ ਗਿਆ ਹੋਵੇ ड्यू टू डेट फ्लड। तो डी इलस्ट्रेशन मैं एक बार दोबारा पढ़ा देना। डेट ए थिंग और स्टेट ऑफ थिंग्स which has been shown to be in existence within a period shorter than that within which such thing or state of thing usually ceases to exist is still in existence। This illustration is founded on the presumption in favor of continuance। For example, where a custom was proved to have been existed up to the year 1869, अगर एक custom proof हो गया कि 1869 ਦੇ ਵਿੱਚ ਉਹ ਮੌਜੂਦ ਹੈਗਾ ਸੀ, then the court held that in the absence of any evidence of its abolition
The court may presume that the custom still subsisted at the time of trial in the year 1940. But it is also very important to note here ਕਿ ਅਗਰ ਇਹ ਪ੍ਰੂਵ ਹੋ ਗਿਆ ਏ ਕਿ ਇੱਕ ਰਿਵਰ 5 ਸਾਲ ਪਹਿਲਾਂ ਇੱਕ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਵਗਦੀ ਪਈ ਸੀ, that a river ran in a certain course 5 years ago, but it is known that there has been flood since that time. तो ਉਸ ਤੋਂ ਬਾਅਦ ਵਿੱਚ 5 ਸਾਲ ਪਹਿਲਾਂ ਇੱਕ ਫਲੱਡ ਆਇਆ ਸੀ which might change its course, ਜਿਸ ਨੇ ਉਸ ਰਿਵਰ ਦਾ ਕੋਰਸ ਸ਼ਾਇਦ ਚੇਂਜ ਕਰ ਦਿੱਤਾ ਹੋਵੇ, ਤੇ ਕੋਰਟ ਉਸ ਟਾਈਮ ਦੇ ਉੱਤੇ ਇਸ ਫੈਕਟ ਨੂੰ ਵੀ ਧਿਆਨ ਦੇ ਵਿੱਚ ਰੱਖੇਗੀ। then the court shall regard to such fact as well। ਤੇ ਉਸ ਤੋਂ ਬਾਅਦ ਵਿੱਚ ਅਸੀਂ ਇਲਸਟ੍ਰੇਸ਼ਨ ਪੜ੍ਹਦੇ ਹਾਂ, ਜਿਹਦੇ ਵਿੱਚ ਕੋਰਟ ਪ੍ਰਜ਼ਿਊਮ ਕਰ ਸਕਦੀ ਆ ਕਿ ਜਦੋਂ ਵੀ ਕੋਈ ਜੁਡੀਸ਼ੀਅਲ ਜਾਂ ਆਫੀਸ਼ੀਅਲ ਐਕਟ ਦੀ ਗੱਲ ਕਰੀਏ ਤਾਂ ਉਹ ਜੁਡੀਸ਼ੀਅਲ ਤੇ ਆਫੀਸ਼ੀਅਲ ਐਕਟ ਹੀ ਰੈਗੂਲਰਲੀ ਪਰਫਾਰਮ ਹੁੰਦੇ ਆ। ਕਹਿਣ ਦਾ ਮਤਲਬ ਰੋਜ਼ ਕੋਰਟ 10 ਵਜੇ ਲੱਗਦੀ ਹੈ, ਰੋਜ਼ ਕੋਰਟ 4, 4:30, 5 ਵਜੇ ਬੰਦ ਹੁੰਦੀ ਹੈ, ਤੇ ਜੋ ਐਵੀਡੈਂਸ ਰਿਕਾਰਡ ਹੁੰਦਾ ਹੈ ਬਿਲਕੁਲ ਰੈਗੂਲਰਲੀ ਰਿਕਾਰਡ ਹੁੰਦਾ ਹੈ, ਉਹਦੇ ਵਿੱਚ ਕੋਈ ਹੀਰਾਫੇਰੀ ਨਹੀਂ ਹੁੰਦੀ। The court may presume that judicial and official act have been regularly performed। ਪਰ ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਨੋਟ ਕਰਨ ਵਾਲੀ ਆ ਕਿ ਅਗਰ ਜੁਡੀਸ਼ੀਅਲ ਐਕਟ ਹੀ ਕੁਐਸਚਨ ਦੇ ਦਾਇਰੇ ਦੇ ਵਿੱਚ ਆ, ਜਿਹਦੀ ਰੈਗੂਲਰਿਟੀ ਦੇ ਬਾਰੇ ਸ਼ੱਕ ਹੈਗਾ ਏ ਕਿ ਇਹ ਜੁਡੀਸ਼ੀਅਲ ਐਕਟ ਗਲਤ ਤਰੀਕੇ ਦੇ ਨਾਲ ਤਾਂ ਨਹੀਂ ਕੀਤਾ ਗਿਆ, ਤੇ ਇਦਾਂ ਦੇ ਸਰਕਮਸਟੈਂਸਿਸ ਨਜ਼ਰ ਆਉਂਦੇ ਆ ਜੇ ਤੋਂ ਡਾਊਟ ਹੋਣ ਡਿਆ ਕਿ ਜੁਡੀਸ਼ੀਅਲ ਐਕਟ ਦੇ ਵਿੱਚ ਕੋਈ ਗੜਬੜੀ ਹੋਈ ਹੈ, ਤਾਂ ਫਿਰ ਕੋਰਟ ਉਸ ਟਾਈਮ ਦੇ ਉੱਤੇ ਉਹਨਾਂ ਐਕਸੈਪਸ਼ਨਲ ਸਰਕਮਸਟੈਂਸਿਸ ਨੂੰ ਦੇਖੇਗੀ ਕਿ ਇਹ ਸ਼ਾਇਦ ਜੁਡੀਸ਼ੀਅਲ ਜਾਂ ਆਫੀਸ਼ੀਅਲ ਐਕਟ ਰੈਗੂਲਰਲੀ ਸਹੀ ਤਰੀਕੇ ਨਾਲ ਪਰਫਾਰਮ ਨਹੀਂ ਹੋਇਆ। तो ई इलस्ट्रेशन मैं दोबारा पढ़ा देना। तो कोर्ट नॉर्मल प्रज्यूम की करेगी डेट द जुडिशियल एंड ऑफिशियल एक्ट हैव बीन रेगुलरली परफॉर्म्ड। पर अगर ये गल साबित होंदी है कि जुडिशियल एक्ट द रेगुलरिटी ऑफ विच इज इन क्वेश्चन, ਜਿਹੜੀ ਆਪ ਦੀ ਜੁਡੀਸ਼ੀਅਲ ਐਕਟ ਦੀ ਰੈਗੂਲਰਿਟੀ ਸਵਾਲ ਦੇ ਘੇਰਿਆਂ ਦੇ ਵਿੱਚ ਹੈਗੀ ਹੈ, ਤੇ ਉਹ ਜੁਡੀਸ਼ੀਅਲ ਐਕਟ ਇੱਕ ਐਕਸੈਪਸ਼ਨਲ ਸਰਕਮਸਟੈਂਸਸ ਦੇ ਵਿੱਚ ਪਰਫਾਰਮ ਕੀਤੇ ਗਏ ਹੀ, then the court shall have regard to such fact। ਤੇ ਕੋਰਟ ਉਸ ਫੈਕਟ ਨੂੰ ਵੀ ਤਵੱਜੋ ਦੇਗੀ। ਹੁਣ ਐਫ ਇਲਸਟ੍ਰੇਸ਼ਨ ਦੀ ਗੱਲ ਕਰਦੇ ਹਾਂ। ਕੋਰਟ ਨਾਰਮਲੀ ਪ੍ਰਜ਼ਿਊਮ ਕੀ ਕਰੇਗੀ ਕਿ ਅਗਰ ਇੱਕ ਬਿਜ਼ਨਸ ਦਾ ਕਾਮਨ ਕੋਰਸ ਹੈਗਾ ਏ, ਉਸ ਨੂੰ ਰੈਗੂਲਰ ਤਰੀਕੇ ਦੇ ਵਿੱਚ ਪਰਫਾਰਮ ਕੀਤਾ ਗਿਆ ਹੈ, ਠੀਕ ਹੈ। ਕਾਮਨ ਕੋਰਸ ਆਫ ਬਿਜ਼ਨਸ ਹੈਜ਼ ਬੀਨ ਫੋਲੋਡ ਇਨ ਦੀ ਪਾਰਟਿਕੂਲਰ ਕੇਸਿਸ। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ, ਅਗਰ ਇਹ ਗੱਲ ਆਪਾਂ ਸਾਬਤ ਕਰ ਦਿੰਦੇ ਆ ਕਿ ਉਸ ਨਾਰਮਲ ਕੋਰਸ ਨੂੰ ਕਿਸੇ ਡਿਸਟਰਬੈਂਸ ਦੇ ਨਾਲ ਇੰਟਰਪਟ ਕੀਤਾ ਗਿਆ ਸੀ, ਤਾਂ ਕੋਰਟ ਦੀ ਡਿਊਟੀ ਬਣਦੀ ਆ ਉਸ ਫੈਕਟ ਨੂੰ ਵੀ ਤਵੱਜੋ ਦੇਣੀ ਆ ਕਿ ਉਹ ਡਿਸਟਰਬੈਂਸ ਕੀ ਹੈਗੀ ਸੀ। ਫॉर एग्जांपल द क्वेश्चन इज, एक क्वेश्चन आया ਵੈਦਰ ਏ ਲੈਟਰ ਵਾਸ ਰਿਸੀਵਡ ਬਾਈ ਬੀ, ਕਿ ਇੱਕ ਲੈਟਰ ਜਿਹਦੇ ਬਾਰੇ ਡਿਸਪਿਊਟ ਚੱਲਦਾ ਪਿਆ ਸੀ ਕਿ ਉਹ ਬੀ ਨੇ ਰਿਸੀਵ ਕੀਤਾ ਸੀ। ਅਗਰ ਅਸੀਂ ਇਲਸਟ੍ਰੇਸ਼ਨ ਨੰਬਰ ਐਫ ਨੂੰ ਅਪਲਾਈ ਕਰੀਏ ਤੇ ਕੋਰਟ ਉਸ ਟਾਈਮ ਦੇ ਉੱਤੇ ਪ੍ਰਜ਼ਿਊਮ ਕਰ ਸਕਦੀ ਆ ਕਿ ਲੈਟਰ ਇਨ ਕੁਐਸਚਨ ਮਸਟ ਬੀ ਰਿਸੀਵਡ ਬਾਈ ਬੀ ਇਨ ਦ ਕਾਮਨ ਕੋਰਸ ਆਫ ਬਿਜ਼ਨਸ ਆਫ ਪੋਸਟਲ ਡਿਪਾਰਟਮੈਂਟ, ਕਿ ਪੋਸਟਲ ਡਿਪਾਰਟਮੈਂਟ ਦੇ ਕਾਮਨ ਕੋਰਸ ਆਫ ਬਿਜ਼ਨਸ ਦੇ ਵਿੱਚ ਇਹ ਲੈਟਰ ਬੀ ਤੱਕ ਤਾਂ ਪਹੁੰਚਿਆ ਹੀ ਹੋਣਾ ਵਾ। ਪਰ ਅਗਰ ਮੰਨ ਲਓ ਦੂਸਰੀ ਪਾਰਟੀ ਇਹ ਗੱਲ ਸਾਬਤ ਕਰ ਦਿੰਦੀ ਆ ਕਿ ਜਿਹੜੇ ਟਾਈਮ ਦੇ ਵਿੱਚ ਇਹ ਪੋਸਟਲ ਆਰਟੀਕਲ ਦੀ ਗੱਲ ਕੀਤੀ ਗਈ ਆ, ਉਸ ਟਾਈਮ ਦੇ ਵਿੱਚ ਪੋਸਟਲ ਡਿਪਾਰਟਮੈਂਟ ਦੇ ਵਿੱਚ ਕੋਈ ਅੱਗ ਲੱਗ ਗਈ ਸੀ, ਤੇ ਜਿਹੜੀ ਪੋਸਟਲ ਡਿਪਾਰਟਮੈਂਟ ਦਾ ਰੈਗੂਲਰ ਕੋਰਸ ਆਫ ਬਿਜ਼ਨਸ ਸੀ ਇੰਟਰਪਟ ਹੋ ਗਿਆ ਸੀ ਡਿਸਟਰਬੈਂਸ ਦੇ ਕਰਕੇ, ਤੇ ਕੋਰਟ ਉਸ ਟਾਈਮ ਦੇ ਉੱਤੇ ਇਸ ਫੈਕਟ ਨੂੰ ਵੀ ਤਵੱਜੋ ਦੇਗੀ। ਦ ਕੋਰਟ ਸ਼ੈਲ ਹੈਵ ਰਿਗਾਰਡ ਟੂ ਸਚ ਫੈਕਟ। ਆਓ ਜੀ ਇੱਕ ਵਾਰ ਮੈਂ ਪੜ੍ਹਾ ਦਿੰਦਾ। That the common course of business has been followed in the particular cases, but it is also very important to note here that if it is shown that usual course of business was interrupted by disturbance, ਅਗਰ ਇਹ ਗੱਲ ਸਾਬਤ ਹੋ ਜਾਂਦੀ ਹੈ ਕੋਰਟ ਆਫ ਲਾਅ ਦੇ ਵਿੱਚ ਕਿ ਯੂਜ਼ੂਅਲ ਕੋਰਸ ਆਫ ਬਿਜ਼ਨਸ ਨੂੰ ਇੰਟਰਪਟ ਕੀਤਾ ਗਿਆ ਸੀ ਬਾਈ ਡਿਸਟਰਬੈਂਸ, then the court shall have regard to such fact। ਤੇ ਉਸ ਇੰਟਰਪਸ਼ਨ ਜਾਂ ਡਿਸਟਰਬੈਂਸ ਦੇ ਫੈਕਟ ਨੂੰ ਵੀ ਕੋਰਟ ਤਵੱਜੋ ਦੇਗੀ। ਫॉर एग्जांपल the question is whether a letter was received by B, and if we apply the illustration number F of this illustration, then the court may presume that letter must be received by B in the common course of business of postal department। But if it is shown that the usual course of post was interrupted by disturbance, then the court shall have regard to such fact। So this is something about illustration number F। ਹੁਣ ਅਸੀਂ illustration number G ਦੇ ਬਾਰੇ ਡਿਸਕਸ਼ਨ ਕਰਦੇ ਹਾਂ। illustration number G ਕੀ ਕਹਿ ਰਹੀ ਹੈ that evidence which could be and is not produced, ਅਗਰ ਮੰਨ ਲਓ ਕੋਈ ਪਾਰਟੀ ਦੇ ਦੁਆਰਾ ਕੋਈ ਐਵੀਡੈਂਸ ਪ੍ਰੋਡਿਊਸ ਕੀਤਾ ਜਾ ਸਕਦਾ ਸੀ, ਅਗਰ ਉਸ ਐਵੀਡੈਂਸ ਨੂੰ ਉਸ ਪਾਰਟੀ ਨੇ ਜਿਸ ਦੇ ਦੁਆਰਾ ਪ੍ਰੋਡਿਊਸ ਕੀਤਾ ਜਾਣਾ ਸੀ ਪਰ ਉਸ ਪਾਰਟੀ ਨੇ ਉਸ ਐਵੀਡੈਂਸ ਨੂੰ ਪ੍ਰੋਡਿਊਸ ਨਹੀਂ ਕੀਤਾ,
ਤੇ ਕੋਰਟ ਨਾਰਮਲੀ ਪ੍ਰਜ਼ਿਊਮ ਕੀ ਕਰ ਸਕਦੀ ਆ ਕਿ ਅਗਰ ਉਸ ਐਵੀਡੈਂਸ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੁੰਦਾ, ਉਹ ਐਵੀਡੈਂਸ ਉਸ ਵਿਅਕਤੀ ਦੇ ਖਿਲਾਫ ਜਾਣਾ ਸੀ ਜਿਸ ਵਿਅਕਤੀ ਨੇ ਉਸ ਐਵੀਡੈਂਸ ਨੂੰ ਵਿਦਹੋਲਡ ਕੀਤਾ ਹੈ। तो normal presumption की या the court may presume that evidence which could be and is not produced would if produced be unfavorable to the person who withhold it। ठीक है ना। पर एक गल बड़ी इंपॉर्टेंट है कि अगर एक व्यक्ति किसी डॉक्यूमेंट ਨੂੰ ਪ੍ਰੋਡਿਊਸ ਕਰਨ ਦੇ ਉੱਤੇ ਮਨਾ ਕਰਦਾ ਹੈ ਜੋ ਕਿ ਉਸ ਕੇਸ ਦੇ ਵਿੱਚ ਬੜੀ ਹੀ ਸਮਾਲ ਇੰਪੋਰਟੈਂਸ ਰੱਖਦਾ ਹੈ, ਜੋ ਕਿ ਉਸ ਕੇਸ ਵਿੱਚ ਬੜੀ ਹੀ ਸਮਾਲ ਇੰਪੋਰਟੈਂਸ ਰੱਖਦਾ ਹੈ, पर अगर उस डॉक्यूमेंट ਨੂੰ ਉਸ ਵਿਅਕਤੀ ਦੇ ਦੁਆਰਾ ਪੇਸ਼ ਕੀਤਾ ਜਾਂਦਾ ਤਾਂ ਇਟ ਮੇ ਹੈਪਨ ਕਿ ਇਹ ਉਹਦੀ ਫੈਮਿਲੀ ਦੀ ਰੈਪੂਟੇਸ਼ਨ ਤੇ ਫੈਮਿਲੀ ਦੀ ਫੀਲਿੰਗਸ ਨੂੰ ਇੰਜਰ ਕਰ ਦਿੰਦਾ ਤੇ ਕੋਰਟ ਉਸ ਟਾਈਮ ਦੇ ਉੱਤੇ ਇਸ ਫੈਕਟ ਨੂੰ ਵੀ ਧਿਆਨ ਦੇ ਵਿੱਚ ਰੱਖੇਗੀ ਕਿ ਕਿਤੇ ਇਹ ਤਾਂ ਨਹੀਂ ਹੈਗਾ ਕਿ ਇਹ ਉਹਦੀ ਫੈਮਿਲੀ ਦੇ ਲਈ ਬੜਾ ਇੰਪੋਰਟੈਂਟ ਸੀ, ਕੇਸ ਦੇ ਲਈ ਤਾਂ ਇੰਨਾ ਇੰਪੋਰਟੈਂਟ ਨਹੀਂ ਸੀ ਹੈਗਾ, ਪਰ ਉਹਦੀ ਫੈਮਿਲੀ ਦੇ ਲਈ ਇੰਨਾ ਇੰਪੋਰਟੈਂਟ ਸੀ ਕਿ ਇਸ ਕਰਕੇ ਉਹਨੇ ਉਸ ਨੂੰ ਵਿਦਹੋਲਡ ਕੀਤਾ ਕਿ ਅਗਰ ਜੇ ਉਸ ਨੂੰ ਮੈਂ ਪੇਸ਼ ਕਰਦਾ तो ये मेरी फैमिली की फीलिंग ते फैमिली की रेपूटेशन के लिए खतरनाक होना सी। कोर्ट इस फैक्ट ਨੂੰ ਵੀ ਧਿਆਨ ਦੇ ਵਿੱਚ ਰੱਖੇਗੀ। तो नॉर्मल प्रिजम्पशन की है that evidence which could be and is not produced would if produced be unfavorable to the person who withhold it। but it is also very important to note here that if a man refuses to produce a document, अगर एक व्यक्ति एक डॉक्यूमेंट ਨੂੰ ਪ੍ਰੋਡਿਊਸ ਕਰਨ ਦੇ ਉੱਤੇ ਮਨਾ ਕਰਦਾ which would bear on a contract, ਜੋ ਕਿ ਇੱਕ ਕੰਟਰੈਕਟ ਦੇ ਰਿਗਾਰਡਿੰਗਲੀ ਹੈਗਾ ਵਾ, ਜੋ ਕਿ ਸਮਾਲ ਇੰਪੋਰਟੈਂਸ ਦਾ ਹੈਗਾ ਵਾ, ਜਿਹਦਾ ਕੇਸ ਦੇ ਵਿੱਚ ਕੋਈ ਜ਼ਿਆਦਾ ਤਵੱਜੋ ਨਹੀਂ ਹੈਗੀ ਔਨ ਵਿਚ ਹੀ ਇਜ਼ ਸੂਡ। ਪਰ ਉਹ ਜੋ ਡਾਕੂਮੈਂਟ ਹੈਗਾ ਵਾ, that document might also injure the feelings and reputation of his family, then the court shall have regard to such fact कि ਉਹ ਡਾਕੂਮੈਂਟ ਅਗਰ ਪੇਸ਼ ਕੀਤਾ ਜਾਂਦਾ it could injure the feeling and reputation of the family of the person who withhold the document। ਠੀਕ ਹੈ ਜੀ। so this is something about illustration number G। ਹੁਣ ਅਸੀਂ ਗੱਲ ਕਰਦੇ ਹਾਂ ਇਲਸਟ੍ਰੇਸ਼ਨ ਨੰਬਰ H ਦੇ ਬਾਰੇ। ਅਗਰ ਇੱਕ ਵਿਅਕਤੀ ਕਿਸੇ ਕੁਐਸਚਨ ਦਾ ਜਵਾਬ ਦੇਣ ਤੋਂ ਮਨਾ ਕਰਦਾ ਹੈ, ਜੋ ਕਿ ਜਵਾਬ ਉਹਨੂੰ ਕੰਪੈਲ ਵੀ ਨਹੀਂ ਕੀਤਾ ਜਾ ਸਕਦਾ ਕਾਨੂੰਨ ਦੇ ਦੁਆਰਾ ਕਿ ਤੁਸੀਂ ਉਹਦਾ ਜਵਾਬ ਦਿਓ, ਅਗਰ ਉਹਦਾ ਜਵਾਬ ਦਿੰਦਾ ਇਹ ਜਵਾਬ ਸ਼ਾਇਦ ਅਨਫੇਵਰੇਬਲ ਜਾਣਾ ਸੀ। ਮੰਨ ਲਓ ਕ੍ਰਾਸ ਐਗਜ਼ਾਮੀਨੇਸ਼ਨ ਦੇ ਦੌਰਾਨ ਇੱਕ ਵਕੀਲ ਦੂਸਰੇ ਵਿਟਨੈਸ ਦੇ ਕੋਲ ਕੋਈ ਕੁਐਸਚਨ ਪੁੱਛਦਾ ਹੈ, ਉਹ ਕਹਿੰਦਾ ਜੀ ਆਈ ਡੂ ਨਾਟ ਵਾਂਟ ਟੂ ਗਿਵ ਦੀ ਰਿਪਲਾਈ ਟੂ ਦਿਸ ਕੁਐਸਚਨ। ਕੋਰਟ ਨੇ ਕੋਈ ਕੁਐਸਚਨ ਪੁੱਛਿਆ, ਉਹ ਕਹਿੰਦਾ ਆਈ ਡੂ ਨਾਟ ਵਾਂਟ ਟੂ ਗਿਵ ਦ ਰਿਪਲਾਈ ਟੂ ਦਿਸ ਕੁਐਸਚਨ। ਕੋਰਟ ਨਾਰਮਲੀ ਪ੍ਰਜ਼ਿਊਮ ਕੀ ਕਰੇਗੀ ਕਿ ਅਗਰ ਇਹ ਕੁਐਸਚਨ ਇਹਦੇ ਕੋਲੋਂ ਪੁੱਛਿਆ ਗਿਆ ਜੋ ਕਿ ਉਹਨੇ ਜਵਾਬ ਦੇਣ ਤੋਂ ਮਨਾ ਕੀਤਾ, ਇਹ ਲੱਗਦਾ ਇਹਦਾ ਜਵਾਬ ਇਹਦੇ ਲਈ ਅਨਫੇਵਰੇਬਲ ਜਾਣਾ ਹੈ, ਤਾਂ ਹੀ ਉਹਨੇ ਜਵਾਬ ਨਹੀਂ ਦਿੱਤਾ। ਸੋ ਇਟ ਇਜ਼ ਦੀ ਨਾਰਮਲ ਪ੍ਰਜ਼ੰਪਸ਼ਨ। ਬਟ ਇੱਕ ਗੱਲ ਇੱਥੇ ਬੜੀ ਇੰਪੋਰਟੈਂਟ ਹੈਗੀ ਆ, ਅਗਰ ਇੱਕ ਇੱਦਾਂ ਦਾ ਕੁਐਸਚਨ ਆ, ਬਟ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਟੂ ਨੋਟ ਹੇਅਰ that if a man refuse to answer a question which he is not compelled by law to answer, ਪਰ ਉਹ ਜੋ ਆਨਸਰ ਹੈਗਾ ਇਹ ਉਸ ਨੂੰ ਉਸ ਪੱਖੋਂ ਬੜਾ ਹੀ ਪ੍ਰਭਾਵਿਤ ਕਰਨਾ ਹੀ ਜੋ ਕਿ ਮੈਟਰ ਇਨ ਕੁਐਸਚਨ ਦੇ ਨਾਲ ਅਨਕਨੈਕਟਡ ਹੈ, but the answer to it might cause loss to him in matters unconnected with the matter in question to which it is asked। the court shall have regard to such fact। for example, ਅਗਰ ਕੋਈ ਕੁਐਸਚਨ ਉਹਦੀ ਆਪ ਦੀ ਪਰਸਨਲ ਲਾਈਫ ਦੇ ਨਾਲ ਜੁੜਿਆ ਹੋਇਆ ਹੈ, ਅਗਰ ਉਹ ਪਰਸਨਲ ਲਾਈਫ ਦੇ ਨਾਲ ਜੁੜਿਆ ਹੋਇਆ ਕਿਸੇ ਕੁਐਸਚਨ ਦਾ ਜਵਾਬ ਨਹੀਂ ਦੇਣਾ ਚਾਹੁੰਦਾ, ਉਹਨੇ ਕਿਹਾ ਕਿ ਇਹ ਜਿਹੜਾ ਕੁਐਸਚਨ ਦਾ ਆਨਸਰ ਹੈਗਾ ਇਹ ਮੇਰੀ ਆਪ ਦੀ ਜਿਹੜੀ ਫੈਮਿਲੀ ਦੀ ਰੈਪੂਟੇਸ਼ਨ ਨੂੰ ਖਰਾਬ ਕਰ ਸਕਦਾ ਹੈ, ਸੋ ਆਈ ਡੂ ਨਾਟ ਵਾਂਟ ਟੂ ਗਿਵ ਦ ਰਿਪਲਾਈ ਟੂ ਦਿਸ ਕੁਐਸਚਨ। ਤਾਂ ਕੋਰਟ ਇਸ ਗੱਲ ਦੇ ਉੱਤੇ ਪਹਿਲੂ ਦੇ ਉੱਤੇ ਵੀ ਧਿਆਨ ਦੇ ਵਿੱਚ ਰੱਖੇਗੀ ਕਿ ਇਹਦਾ ਜਵਾਬ ਨਾ ਦੇਣ ਦਾ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਹੈ, ਇਹ ਨਹੀਂ ਕਿ ਇਹਦਾ ਜਵਾਬ ਉਹਨੂੰ ਅਨਫੇਵਰੇਬਲ ਹੋਣਾ ਸੀ ਇਸ ਕਰਕੇ ਉਹਨੇ ਜਵਾਬ ਨਹੀਂ ਦਿੱਤਾ। ਇਹ ਜਵਾਬ ਇਸ ਕਰਕੇ ਨਹੀਂ ਦਿੱਤਾ ਕਿ ਕਿਉਂਕਿ ਇਹ ਮੈਟਰ ਇਨ ਕੁਐਸਚਨ ਦੇ ਨਾਲ ਇਹ ਕੁਐਸਚਨ ਇਰੈਲੇਵੈਂਟ ਹੈਗਾ ਏ, ਅਨਕਨੈਕਟਡ ਹੈਗਾ ਏ, ਤੇ ਇਹ ਕੁਐਸਚਨ ਉਸ ਨੂੰ ਹੋਰ ਪਾਸੇ ਲਾਸ ਕਰ ਸਕਦਾ ਹੈ, ਇਸ ਕਰਕੇ ਉਹਨੇ ਇਹਦਾ ਜਵਾਬ ਨਹੀਂ ਦਿੱਤਾ। ਆਈ ਵਾਂਟ ਟੂ ਰਿਪੀਟ that a man refuses to answer a question which he is not compelled to answer by law, the answer if given would be unfavorable to him। but it is also very important to note here that if a man refuses to answer a question, ਅਗਰ ਇੱਕ ਵਿਅਕਤੀ ਇੱਕ ਕੁਐਸਚਨ ਦਾ ਜਵਾਬ ਦੇਣ ਤੋਂ ਮਨਾ ਕਰਦਾ ਹੈ which he is not compelled by law to answer, ਜੋ ਕਿ ਉਸ ਨੂੰ ਕਾਨੂੰਨ ਦੇ ਦੁਆਰਾ ਮਜਬੂਰ ਨਹੀਂ ਕੀਤਾ ਜਾ ਸਕਦਾ ਉਹਦਾ ਜਵਾਬ ਦੇਣ ਦੇ ਲਈ, ਪਰ ਉਹ ਜੋ ਆਨਸਰ ਹੈਗਾ ਹੀ ਬਟ ਦਾ ਆਨਸਰ ਟੂ ਇਟ ਮਾਈਟ ਕਾਜ਼ ਲਾਸ ਟੂ ਹਿਮ, ਉਹਨੂੰ ਨੁਕਸਾਨ ਕਰ ਸਕਦਾ ਹੈ ਇਨ ਮੈਟਰਸ which is unconnected with the matter in relation to which it is asked, ਉਹਨਾਂ ਮੈਟਰਸ ਦੇ ਉੱਤੇ ਨੁਕਸਾਨ ਕਰ ਸਕਦਾ ਹੈ ਜੋ ਕਿ ਉਹਨਾਂ ਮੈਟਰਸ ਦੇ ਨਾਲ ਸੰਬੰਧਿਤ ਨਹੀਂ ਹੈਗੇ ਜਿਨ੍ਹਾਂ ਦੇ ਉੱਤੇ ਉਹ ਕੁਐਸਚਨ ਪੁੱਛਿਆ ਗਿਆ ਹੈ। ਤਾਂ ਕੋਰਟ ਸ਼ੈਲ ਹੈਵ ਰਿਗਾਰਡ ਟੂ ਸਚ ਫੈਕਟ, ਉਹਨਾਂ ਫੈਕਟ ਨੂੰ ਵੀ ਕੋਰਟ ਧਿਆਨ ਦੇ ਵਿੱਚ ਰੱਖੇਗੀ। ਠੀਕ ਹੈ ਜੀ। ਸੋ ਦਿਸ ਇਜ਼ ਸਮਥਿੰਗ ਅਬਾਊਟ ਇਲਸਟ੍ਰੇਸ਼ਨ ਨੰਬਰ H। ਹੁਣ ਗੱਲ ਕਰਦੇ ਹਾਂ ਇਲਸਟ੍ਰੇਸ਼ਨ ਨੰਬਰ I ਦੀ। तो I इज द लास्ट इलस्ट्रेशन, एक तो बाद विच
ਇਹ ਜੋ ਸੈਕਸ਼ਨ 114 ਆਪਣਾ ਕੰਪਲੀਟ ਹੋ ਜਾਣਾ ਹੈ। तो ये बेयर एक्ट मैं पढ़ाण दिया डिटेल ਦੇ ਵਿੱਚ ਵੀਡੀਓ ਜਦੋਂ ਮੈਂ ਇੱਕ ਵੱਖਰੀ ਸੀਰੀ ਬਣਾਉਂਗਾ ਤਾਂ ਵੱਖਰੀ ਸੀਰੀ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਵੀ ਸਾਰੇ ਲੈਕਚਰ ਬਣਾਉਂਗਾ। ਅਜੇ ਮੈਂ ਸਿਰਫ ਤੇ ਸਿਰਫ ਬੇਅਰ ਲੈਂਗੁਏਜ ਦੇ ਉੱਤੇ ਫੋਕਸ ਰੱਖਿਆ ਹੋਇਆ ਹੈ। That when a document creating an obligation is in the hands of the obligor, the obligation is a discharge. For example ਦੇ ਤੌਰ ਦੇ ਉੱਤੇ A ਤੇ B ਦੋ ਵਿਅਕਤੀ ਸੀ। A ਨੇ B ਦੇ ਕੋਲੋਂ ਪੈਸੇ ਲੈਣੇ ਸੀ ਤੇ B ਨੇ A ਦੀ ਫੇਵਰ ਦੇ ਵਿੱਚ ਪ੍ਰੋਮਿਸਰੀ ਨੋਟ ਲਿਖ ਦਿੱਤਾ ਕਿ ਦੇਖੋ ਜੀ 5 ਲੱਖ ਰੁਪਈਆ ਮੈਂ ਤੁਹਾਨੂੰ ਇਹਦੀ ਫਲਾਨੀ ਤਰੀਕ ਦੇ ਉੱਤੇ ਦਊਂਗਾ। ਮੰਨ ਲਓ ਅਗਰ B ਨੇ ਉਹ 5 ਲੱਖ ਰੁਪਈਆ ਫਲਾਨੀ ਤਰੀਕ ਦੇ ਉੱਤੇ A ਨੂੰ ਦੇ ਦਿੱਤਾ, ਦੈਨ ਉਹ ਪ੍ਰੋਮਿਸਰੀ ਨੋਟ ਆਪਣਾ ਵਾਪਸ ਨਹੀਂ ਲਵੇਗਾ, ਨਾਰਮਲੀ ਤਾਂ ਵਾਪਸ ਲਏਗਾ। तो अगर मान लो फॉर एग्जांपल वो प्रोमिसरी नोट कल बी ਦੀ ਪੋਜੀਸ਼ਨ ਦੇ ਵਿੱਚ ਹੀ ਆਂਦਾ, ਕਿਉਂਕਿ ਜਿਹੜਾ ਬੰਦਾ ਆਬਲੀਗਰ ਹੈਗਾ, ਜਿਹੜਾ ਬੰਦਾ ਡੈਟਰ ਹੈਗਾ ਹੀ, ਅਗਰ ਉਹ ਡਾਕੂਮੈਂਟ ਬੀ ਦੀ ਪੋਜੀਸ਼ਨ ਦੇ ਵਿੱਚੋਂ ਨਿਕਲਦਾ ਪਿਆ ਵਾ, ਇਹਦਾ ਮਤਲਬ ਇਹ ਹੈਗਾ ਵਾ ਕਿ ਆਬਲੀਗੇਸ਼ਨ ਜਾਂ ਜ਼ਿੰਮੇਵਾਰੀ ਬੀ ਦੀ ਜਿਹੜੀ ਹੈ ਖਤਮ ਹੋ ਗਈ ਹੈ। ਪਰ ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਅਗਰ ਇੱਕ ਇਦਾਂ ਦਾ ਡਾਕੂਮੈਂਟ ਜਿਹਦੇ ਵਿੱਚ ਕਿਸੇ ਵਿਅਕਤੀ ਦੀ ਆਬਲੀਗੇਸ਼ਨ ਕ੍ਰੀਏਟ ਕੀਤੀ ਗਈ ਸੀ, ਅਗਰ ਦੂਸਰਾ ਵਿਅਕਤੀ ਪਹਿਲਾ ਵਿਅਕਤੀ ਇਹ ਗੱਲ ਸਾਬਤ ਕਰ ਦਿੰਦਾ ਹੈ ਕਿ ਇਹ ਡਾਕੂਮੈਂਟ ਇਨ ਕੁਐਸਚਨ ਦੂਸਰੇ ਵਿਅਕਤੀ ਨੇ ਧੋਖੇ ਦੇ ਨਾਲ ਮੇਰੇ ਕੋਲ ਲੈ ਲਿਆ ਵਾ ਜਾਂ ਚੋਰੀ ਦੇ ਨਾਲ ਚੋਰੀ ਕਰਕੇ ਲੈ ਗਿਆ ਵਾ, ਤਾਂ ਫਿਰ ਉਸ ਟਾਈਮ ਦੇ ਉੱਤੇ ਕੋਰਟ ਇਸ ਗੱਲ ਨੂੰ ਵੀ ਤਵੱਜੋ ਦੇਗੀ। ਮੈਂ ਪਹਿਲਾਂ ਪੜ੍ਹਾ ਦਿੰਦਾ that when a document creating an obligation is in the hands of the obligor, the obligation is a discharge, ठीक है जी। but it is also very important to note here that a bond which is in the possession of obligor, ਅਗਰ ਇੱਕ ਬੌਂਡ ਜੋ ਕਿ obligor ਦੇ ਕਬਜ਼ੇ ਦੇ ਵਿੱਚ ਹੈਗਾ, ਪਰ ਸਰਕਮਸਟੈਂਸਸ ਇਦਾਂ ਦੇ ਹੈਗੇ ਆ, but the circumstances of the case are such that he may have stolen it, ਕੀ ਪਤਾ ਬੌਂਡ ਉਹਨੇ ਚੋਰੀ ਨਾ ਕੀਤਾ ਹੋਵੇ, then the court shall have regard to such fact as well. So this is something about section number 114. तो ਅਗਲੇ ਲੈਕਚਰ ਦੇ ਵਿੱਚ ਅਸੀਂ ਸੈਕਸ਼ਨ ਨੰਬਰ 114 ਇਹ ਕਰਾਂਗੇ, which is also very important section. Thank you very much.